मैं हाँ भुलिंदर सिंह गुरबानी तो तुसीं वेख रहे हो साडा खास प्रोग्राम नजरिया। पंजाबी एक विकासशील भाषा है। जी हाँ, पंजाबी भाषा ਵੱਖ-ਵੱਖ ਭਾਸ਼ਾਵਾਂ ਦਾ ਪ੍ਰਭਾਵ ਗ੍ਰਹਿਣ ਕਰਕੇ ਆਪਣੇ ਫਿਰ ਮੌਜੂਦਾ ਸਰੂਪ ਵਿੱਚ ਪਹੁੰਚੀ ਹੈ। ਇਸ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ ਕਿ ਵਿਦੇਸ਼ੀ ਹਮਲਾਵਰਾਂ ਤੇ ਭੂਗੋਲਿਕ ਵੰਡ ਨੇ ਪੰਜਾਬੀ ਭਾਸ਼ਾ ਨੂੰ ਪ੍ਰਭਾਵਿਤ ਜ਼ਰੂਰ ਕੀਤਾ, ਪਰ ਹੁਣ ਪੰਜਾਬੀ ਭਾਸ਼ਾ ਲਗਾਤਾਰ ਵਿਕਾਸ ਵੱਲ ਵੀ ਵਧ ਰਹੀ ਹੈ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਦਾ ਮਾਧਿਅਮ ਹੁਣ ਪੰਜਾਬੀ ਬਣ ਗਿਆ। ਸਰਕਾਰੀ ਤੇ ਫਿਰ ਅਰਧ ਸਰਕਾਰੀ ਅਦਾਰਿਆਂ ਵਿੱਚ ਇਸ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਅਦਾਰਿਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਉੱਚਾ ਚੁੱਕਣ ਲਈ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ। ਖੋਜਾਂ ਵਿੱਚ ਨਿਰੰਤਰ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬੀ ਭਾਸ਼ਾ ਲਈ ਸੈਮੀਨਾਰ, ਕਾਨਫਰੰਸਾਂ, ਗੋਸ਼ਟੀਆਂ ਆਦਿ ਦਾ ਦਿਨੋਂ ਦਿਨ ਵਾਧਾ ਵੀ ਹੋ ਰਿਹਾ, ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਹਰ ਇੱਕ ਪੱਧਰ ਤੇ ਇਸ ਦਾ ਵਿਕਾਸ ਹੁੰਦਾ ਵਿਖਾਈ ਦੇ ਰਿਹਾ ਹੈ, ਭਾਵੇਂ ਫਿਰ ਰਾਸ਼ਟਰੀ ਪੱਧਰ ਹੋਵੇ ਜਾਂ ਫਿਰ ਅੰਤਰਰਾਸ਼ਟਰੀ ਪੱਧਰ। ਕਈ ਸੂਬਿਆਂ ਵਿੱਚ ਤਾਂ ਪੰਜਾਬੀ ਭਾਸ਼ਾ ਦੀ ਵਕਤ ਤੋਂ ਪਛਾਣ ਵੀ ਹੈ, ਜਿਵੇਂ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ। ਅੱਜ ਦੇ ਦੌਰ ਵਿੱਚ ਇਹ ਭਾਸ਼ਾ ਨਿਰੀ ਪੇਂਡੂ ਹੀ ਨਹੀਂ ਰਹੀ, ਸਗੋਂ ਰਾਜ ਭਾਸ਼ਾ ਦੀ ਪਦਵੀ ਵੀ ਗ੍ਰਹਿਣ ਕਰ ਗਈ ਹੈ। ਵਿਦਿਅਕ, ਸਾਹਿਤਕ, ਸੱਭਿਆਚਾਰਕ ਗੱਲ ਤਾਂ ਛੱਡੋ, ਇਹ ਹਰ ਇੱਕ ਖੇਤਰ ਵਿੱਚ ਉન્નਤੀ ਕਰਦੀ ਵਿਖਾਈ ਦੇ ਰਹੀ ਹੈ। ਮਸ਼ੀਨੀ ਕ੍ਰਾਂਤੀ ਦੇ ਫਲਸਰੂਪ ਪੰਜਾਬੀ ਭਾਸ਼ਾ ਨੂੰ ਤਕਨੀਕੀ ਸੰਚਾਰ ਦੇ ਸਾਧਨਾਂ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ, ਯਾਨੀ ਟੈਲੀਵਿਜ਼ਨ, ਰੇਡੀਓ, ਕੰਪਿਊਟਰ, ਟਾਈਪਰਾਈਟਰ ਮਸ਼ੀਨ ਤੇ ਹੋਰ ਮਸ਼ੀਨੀ ਸਾਧਨ ਪੰਜਾਬੀ ਭਾਸ਼ਾ ਦੇ ਆਧਾਰ ਤੇ ਹੀ ਤਿਆਰ ਕੀਤੇ ਜਾ ਰਹੇ ਨੇ। ਇਸ ਨਾਲ ਪੰਜਾਬੀ ਭਾਸ਼ਾ ਦੀ ਵਿਗਿਆਨਕ ਸਮਰੱਥਾ ਕਾਇਮ ਹੋ ਰਹੀ ਹੈ। ਇਸ ਤੋਂ ਬਿਨਾਂ ਹੁਣ ਵਿਦੇਸ਼ਾਂ ਵਿੱਚ ਵੀ ਪੰਜਾਬੀ ਭਾਸ਼ਾ ਲਗਾਤਾਰ ਉન્નਤੀ ਕਰਦੀ ਜਾ ਰਹੀ ਹੈ, ਵਿਕਾਸ ਦੇ ਰਾਹ ਤੇ ਹੈ। ਆਧੁਨਿਕ ਗਿਆਨ ਵਿਗਿਆਨ ਦੇ ਖੇਤਰਾਂ ਵਿੱਚ ਜੋ ਕ੍ਰਾਂਤੀ ਹੋਈ ਹੈ, ਉਸਨੇ ਪੰਜਾਬੀ ਭਾਸ਼ਾ ਨੂੰ ਨਾ ਸਿਰਫ ਪ੍ਰਭਾਵਿਤ ਕੀਤਾ, ਬਲਕਿ ਵਰਤਮਾਨ ਕਾਲ ਵਿੱਚ ਇਹ ਭਾਸ਼ਾ ਪੰਜਾਬੀਆਂ ਵਿੱਚ ਸੱਭਿਆਚਾਰ ਦੀ ਪਛਾਣ ਵੀ ਬਣ ਗਈ ਹੈ। ਤਕਨੀਕੀ ਖੋਜਾਂ ਕਾਰਨ ਵੀ ਸੱਭਿਆਚਾਰ ਵਿੱਚ ਲਗਾਤਾਰ ਪਰਿਵਰਤਨ ਆਇਆ। ਇਸ ਤੋਂ ਇਲਾਵਾ ਆਵਾਜਾਈ ਅਤੇ ਫਿਰ ਸਾਧਨਾਂ ਵਿੱਚ ਵਾਧਾ ਹੋਣ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ, ਜਿਸ ਕਾਰਨ ਦੂਰ ਬੈਠੇ ਲੋਕ ਵੀ ਪੰਜਾਬੀ ਅਖਬਾਰਾਂ, ਰਸਾਲਿਆਂ ਨਾਲ ਜੁੜੇ ਰਹਿ ਸਕਦੇ ਨੇ। ਇੰਟਰਨੈਟ ਤੇ ਵੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਸੰਬੰਧਿਤ ਕਾਫੀ ਜਾਣਕਾਰੀ ਉਪਲਬਧ ਹੈ। ਇਸ ਤੋਂ ਇਲਾਵਾ ਪੰਜਾਬੀ ਵਿਸ਼ੇ ਤੇ ਪੁਸਤਕਾਂ, ਅਖਬਾਰਾਂ ਅਤੇ ਰਸਾਲਿਆਂ ਦੀ ਕਾਫੀ ਬਹੁਤਾਤ ਵੀ ਹੋਈ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਇਹਨਾਂ ਵਿੱਚ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪਾਠਕ ਘੱਟ ਤੇ ਲੇਖਕ ਵੱਧ ਜ਼ਰੂਰ ਨੇ। ਗੱਲ ਕਰੀਏ ਕੈਨੇਡਾ ਦੀ, ਤਾਂ ਕੈਨੇਡਾ ਵਿੱਚ ਵੀ ਪੰਜਾਬੀਆਂ ਨੇ ਜੋ ਮੁਕਾਮ ਅੱਜ ਹਾਸਲ ਕਰ ਲਿਆ ਹੈ, ਕੁਝ ਸਮੇਂ ਪਹਿਲਾਂ ਤੱਕ ਉਹ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਵੱਖ-ਵੱਖ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਜਥੇਬੰਦੀਆਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਰਿਹਾ ਹੈ। ਇਹਨਾਂ ਵਿੱਚੋਂ ਹੀ ਇੱਕ ਜਥੇਬੰਦੀ ਹੈ ਜਗਤ ਪੰਜਾਬੀ ਸਭਾ। ਜੀ ਹਾਂ, ਜੋ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਅਤੇ ਫਿਰ ਇਸ ਸੰਸਥਾ ਪੰਜਾਬੀਆਂ ਦੇ ਸੁਹਿਰਦ ਵਿਅਕਤੀਆਂ ਵੱਲੋਂ ਹੀ ਬਣਾਈ ਗਈ ਹੈ। ਇਸੇ ਹੀ ਜਥੇਬੰਦੀ ਦੇ ਖਾਸ ਨੁਮਾਇੰਦੇ ਅੱਜ ਮੇਰੇ ਨਾਲ ਪ੍ਰੋਗਰਾਮ ਨਜ਼ਰੀਆ ਦਾ ਮੇਰਾ ਹਿੱਸਾ ਬਣੇ ਨੇ। ਸੋ ਬਹੁਤ-ਬਹੁਤ ਸਵਾਗਤ ਕਰਾਂਗਾ ਉਹਨਾਂ ਨੁਮਾਇੰਦਿਆਂ ਦਾ ਔਰ ਇੱਕ ਕਰਕੇ ਉਹਨਾਂ ਦਾ ਤਾਰੂਫ ਵੀ ਤੁਹਾਡੇ ਨਾਲ ਕਰਾਵਾਂਗਾ। ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜੁੜੇ ਹੋਏ ਨੇ ਜਗਤ ਪੰਜਾਬੀ ਸਭਾ ਦੇ ਬ੍ਰੈਂਪਟਨ ਦੇ ਚੇਅਰਮੈਨ ਨੇ ਅਜਾਇਬ ਸਿੰਘ ਚੱਠਾ ਸਾਹਿਬ, ਬ੍ਰੈਂਪਟਨ ਤੋਂ ਸਾਡੇ ਨਾਲ ਜੁੜੇ ਹੋਏ ਨੇ। ਚੱਠਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਜ਼ਰੀਆ ਵਿੱਚ। ਇਸ ਤੋਂ ਇਲਾਵਾ ਮੇਰੇ ਨਾਲ ਜੁੜੇ ਹੋਏ ਨੇ ਰਵਿੰਦਰ ਸਿੰਘ ਕੰਗ ਸਾਹਿਬ, ਜੋ ਕਿ ਪ੍ਰੈਜ਼ੀਡੈਂਟ ਨੇ ਵਰਲਡ ਪੰਜਾਬੀ ਕਾਨਫਰੰਸ 2021 ਦੇ, ਬ੍ਰੈਂਪਟਨ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਅਰਵਿੰਦਰ ਸਿੰਘ ਢਿੱਲੋਂ ਸਾਹਿਬ, ਜੋ ਕਿ ਕੋਆਰਡੀਨੇਟਰ ਨੇ ਵਰਲਡ ਪੰਜਾਬੀ ਕਾਨਫਰੰਸ 2021 ਦੇ, ਨਾਭਾ ਤੋਂ, ਪੰਜਾਬ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋ ਬਹੁਤ-ਬਹੁਤ ਸਵਾਗਤ ਸਾਡੇ ਤਿੰਨਾਂ ਹੀ ਖਾਸ ਮਹਿਮਾਨਾਂ ਦਾ। ਔਰ ਸਭ ਤੋਂ ਪਹਿਲਾਂ ਤਾਂ ਅਜਾਇਬ ਸਿੰਘ ਚੱਠਾ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹਾਂਗਾ, ਬਹੁਤ ਸਾਰੀਆਂ ਸੁਸਾਇਟੀਜ਼ ਅੱਜ ਮੌਜੂਦ ਨੇ, ਬਹੁਤ ਸਾਰੀਆਂ ਜਥੇਬੰਦੀਆਂ ਅੱਜ ਮੌਜੂਦ ਨੇ। ਲੋਕ ਇੱਕ-ਇੱਕ ਕਰਕੇ ਨਵੀਆਂ ਜਥੇਬੰਦੀਆਂ ਬਣਾਉਂਦੇ ਨੇ ਕਿ ਅਸੀਂ ਕੁਝ ਨਵਾਂ ਕਰਕੇ ਵਿਖਾਵਾਂਗੇ, ਕੁਝ ਨਵਾਂ ਕਰ ਗੁਜ਼ਰਨ ਦਾ ਸਾਡੇ ਵਿੱਚ ਜਜ਼ਬਾ ਹੈਗਾ। ਜਗਤ ਪੰਜਾਬੀ ਸਭਾ ਦੀ ਜੇਕਰ ਗੱਲ ਕਰਾਂ ਤਾਂ ਇਸ ਦੇ ਨਿਰਮਾਣ ਪਿੱਛੇ ਕੀ ਕੁਝ ਖਾਸ ਮਕਸਦ ਤੁਸੀਂ ਸਾਨੂੰ ਦੱਸ ਸਕਦੇ ਹੋ? ਸਭ ਤੋਂ ਪਹਿਲਾਂ ਆਪ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਨਜ਼ਰੀਆ ਪ੍ਰੋਗਰਾਮ ਦੇਖ ਰਹੇ, ਇਸ ਤੋਂ ਪਹਿਲਾਂ ਅਸੀਂ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ 2012 ਦੇ ਵਿੱਚ ਬਣਾਈ ਤੇ ਅਸੀਂ ਇਕੱਲੇ ਕੈਨੇਡਾ ਦੇ ਬੰਦੇ ਵਰਲਡ ਪੰਜਾਬੀ ਕਾਨਫਰੰਸ ਜਾਂ ਇੰਟਰਨੈਸ਼ਨਲ ਸੈਮੀਨਾਰ ਕਰਵਾ ਰਹੇ ਸੀਗੇ ਤੇ ਅਸੀਂ ਉਹਦੇ ਨਾਲ ਇਹ ਸੋਚਿਆ ਵੀ ਇੱਕ ਦੇਸ਼ ਦੇ ਬੰਦੇ ਇਕੱਠੇ ਹੋ ਕੇ ਤੁਸੀਂ ਇੰਟਰਨੈਸ਼ਨਲ ਕਾਨਫਰੰਸ ਜਾਂ ਤੁਸੀਂ ਫੰਕਸ਼ਨ ਕਰਾਉਣੇ ਹੈਗੇ ਆ ਤੇ ਕਿਉਂ ਨਾ ਅਸੀਂ ਬਾਹਰਲੇ ਸਾਰੇ ਹੀ ਦੇਸ਼ਾਂ ਤੋਂ ਜਿੰਨੇ ਮੈਕਸਿਮਮ ਇਕੱਠੇ ਕਰ ਸਕਦੇ ਇੱਕ ਸੋਚ ਵਾਲੇ, ਉਹਨਾਂ ਦੀ ਇਹ ਜਗਤ ਦੇ ਇਨਸਾਨਾਂ, ਵੱਖ-ਵੱਖ ਦੇਸ਼ਾਂ ਦੇ ਵਿਦਵਾਨਾਂ ਦੇ ਨਾਲ ਇਹ ਜਥੇਬੰਦੀ ਬਣਾਈ ਜਾਵੇ। ਇਹ ਸੋਚ ਕੇ ਅਸੀਂ ਇਹ ਜਥੇਬੰਦੀ ਬਣਾਈ ਹੈਗੀ ਆ। ਇਹਦੇ ਵਿੱਚ ਸਾਡੀ ਜਥੇਬੰਦੀ ਵਿੱਚ ਵੱਖ-ਵੱਖ ਦੇਸ਼ਾਂ ਤੋਂ, ਆਸਟ੍ਰੇਲੀਆ, ਅਮਰੀਕਾ, ਇੰਡੀਆ, ਯੂਕੇ ਤੋਂ ਅਸੀਂ ਵਿਦਵਾਨ ਲੈ ਕੇ, ਤਾਂ ਕਿ ਅਸੀਂ ਵਰਲਡ ਪੰਜਾਬੀ ਕਾਨਫਰੰਸ ਸਹੀ ਰੂਪ ਦੇ ਵਿੱਚ ਅਸੀਂ ਕੋਈ ਹੋਰ ਦਿਸ਼ਾ ਨਿਰਦੇਸ਼ ਦੇ ਸਕੀਏ। ਪਰ ਇਸ ਦੇ ਪਿੱਛੇ ਮਕਸਦ ਕੀ ਸੀਗਾ? ਕਿਉਂਕਿ ਆਖਰ ਕੀ ਕਰਨਾ ਚਾਹੁੰਦੇ ਸੀ? ਸਿਰਫ ਵਰਲਡ ਪੰਜਾਬੀ ਕਾਨਫਰੰਸ ਜਾਂ ਫਿਰ ਕੁਝ ਹੋਰ ਵੀ? ਚੱਠਾ ਸਾਹਿਬ, ਇਹਦਾ ਮਕਸਦ ਤਾਂ ਸਿਰਫ ਇੱਕੋ ਹੀ ਆ
ਜੋ 2008 ਦੇ ਵਿੱਚ ਇੱਕ ਕੁਲਦੀਪ ਨਈਅਰ ਜੀ ਦੀ ਰਿਪੋਰਟ ਦਾ ਰੌਲਾ ਪਿਆ ਸੀਗਾ ਵੀ ਅੱਜ ਤੋਂ 50 ਸਾਲ ਦੇ ਵਿੱਚ ਪੰਜਾਬੀ ਖਤਮ ਹੋ ਜਾਣੀ ਹੈਗੀ ਆ, ਤੇ ਉਦੋਂ ਦੇਖੋ ਜੀ 12 ਸਾਲ ਉਦੋਂ ਜ਼ਿਆਦਾ ਹੋ ਚੁੱਕੇ ਹੈਗੇ ਆ, ਤੇ ਮੈਂ ਇਹ ਕਹਿਣਾ ਹੋਵੇ ਤੇ ਉਦੋਂ ਜ਼ਿਆਦਾ ਤਰੱਕੀ ਕੀਤੀ ਆ। ਇਹ ਪੰਜਾਬੀ ਭਾਸ਼ਾ ਦੀ, ਪੰਜਾਬੀ ਸੱਭਿਆਚਾਰ ਦੀ ਤੇ ਪੰਜਾਬੀਅਤ ਦੀ ਬੜੌਤੀ ਦੇ ਲਈ ਇਹ ਜਿਹੜੀ ਜਗਤ ਪੰਜਾਬੀ ਸਭਾ ਬਣਾਈ ਗਈ ਹੈਗੀ ਆ। ਠੀਕ ਹੈ, ਕਾਂਗ ਸਾਹਿਬ ਤੁਹਾਡੇ ਕੋਲ ਆਵਾਂਗਾ, ਤੁਹਾਡੇ ਤੋਂ ਜਾਣਨਾ ਚਾਹਾਂਗਾ ਜਗਤ ਪੰਜਾਬੀ ਸਭਾ ਦਾ ਮਕਸਦ ਤਾਂ ਚੱਠਾ ਸਾਹਿਬ ਨੇ ਸਾਫ਼ ਦੱਸ ਦਿੱਤਾ ਹੈ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਬਾਕੀ ਸੁਸਾਇਟੀ ਨਾਲੋਂ ਵੱਖ ਤੁਸੀਂ ਕਿਵੇਂ ਵੇਖਦੇ ਹੋ ਜਗਤ ਪੰਜਾਬੀ ਸਭਾ ਨੂੰ? ਸਾਡੇ ਕੋਲੇ ਅਸਲ ਦੇ ਵਿੱਚ ਪਹਿਲਾਂ ਅੰਟਾਰੀਓ ਫਰੈਂਡ ਕਲੱਬ ਦੀ ਇੱਕ ਸੰਸਥਾ ਅਸੀਂ ਬਣਾਈ ਸੀ, ਪੰਜਾਬ ਪ੍ਰੋਫੈਸ਼ਨਲ ਬਿਜ਼ਨਸ ਐਸੋਸੀਏਸ਼ਨ, ਦੂਜੀ ਸੰਸਥਾ ਰਜਿਸਟਰਡ ਹੋਈ। ਸਾਨੂੰ ਇਹ ਲੱਗਾ ਵੀ ਅਸੀਂ ਸਿਰਫ ਕੈਨੇਡਾ ਤੱਕ ਹੀ ਸੀਮਤ ਹਾਂ, ਕਿਉਂ ਨਾ ਬਾਹਰਲੇ ਵਿਦਵਾਨਾਂ ਨੂੰ ਵੀ ਅਸੀਂ ਜਿਹੜੇ ਆਸਟ੍ਰੇਲੀਆ ਚ ਆ, UK ਚ ਆ, USA ਚ ਆ ਜਾਂ ਹੋਰ ਵੀ ਅਰਬ ਕੰਟਰੀਆਂ ਦੇ ਵਿੱਚ ਆ, ਸਾਰਿਆਂ ਨੂੰ ਅਸੀਂ ਲੈ ਕੇ, ਸਾਡੀ ਕੋਸ਼ਿਸ਼ ਇਹ ਸੀ ਵੀ ਸਾਰੇ ਪੰਜਾਬੀਆਂ ਦੇ ਨਜ਼ਰੀਏ ਨੂੰ ਇਕੱਠਾ ਕਰੀਏ, ਉਸ ਤੇ ਜਾਣੂ ਹੋਈਏ ਤੇ ਉਹਨੂੰ ਵੱਧ ਤੋਂ ਵੱਧ ਆਪਾਂ ਕਿਵੇਂ ਉਹਨੂੰ ਪ੍ਰਫੁੱਲਿਤ ਕਰ ਸਕਦੇ ਹਾਂ, ਪੰਜਾਬੀ ਦੀ ਕਿਵੇਂ ਸੇਵਾ ਕਰ ਸਕਦੇ ਹਾਂ, ਤੇ ਸਾਰਿਆਂ ਦੇ ਵਿਚਾਰ ਲਏ ਜਾਣ। ਇਸ ਕਰਕੇ ਜਗਤ ਪੰਜਾਬੀ ਸਭਾ ਫਿਰ ਸਾਨੂੰ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ। ਠੀਕ ਹੈ, ਢਿੱਲੋਂ ਸਾਹਿਬ ਇਹ ਸਵਾਲ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ ਕਿਉਂਕਿ ਤੁਸੀਂ ਕੋਆਰਡੀਨੇਟਰ ਵੀ ਹੋ ਆਉਣ ਵਾਲੀ ਵਰਲਡ ਪੰਜਾਬੀ ਕਾਨਫਰੰਸ 2021 ਦੇ। ਜਗਤ ਪੰਜਾਬੀ ਸਭਾ ਦਾ ਜੇਕਰ ਪੰਜਾਬ ਵਿੱਚ ਅਗਰ ਦੇਖਿਆ ਜਾਏ, ਕਿਉਂਕਿ ਜਿਵੇਂ ਕਾਂਗ ਸਾਹਿਬ ਕਹਿ ਰਹੇ ਨੇ ਕਿ ਅਸੀਂ ਸਿਰਫ ਕੈਨੇਡਾ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ, ਪੰਜਾਬ ਤੱਕ ਵੀ, ਬਾਹਰ ਹੋਰਨਾਂ ਮੁਲਕਾਂ ਤੱਕ ਵੀ ਇਸ ਦਾ ਪ੍ਰਸਾਰ ਕਰਨਾ ਚਾਹੁੰਦੇ ਹਾਂ, ਪੰਜਾਬ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਜਥੇਬੰਦੀ ਨੂੰ? ਸਭ ਤੋਂ ਪਹਿਲਾਂ ਨਜ਼ਰੀਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਭਲਿੰਦਰ ਜੀ, ਜਦੋਂ ਜਗਤ ਪੰਜਾਬੀ ਸਭਾ ਦੀ ਗੱਲ ਕਰਦੇ ਹਾਂ, ਮੈਂ ਤੁਹਾਨੂੰ ਇਹਦੇ ਥੋੜੇ ਜਿਹੇ ਪਿਛੋਕੜ ਨਾਲ ਜੋੜ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰੂੰਗਾ। ਜਦੋਂ ਦੁਨੀਆ ਦੇ ਵਿੱਚ 1980 ਦੇ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਹੁੰਦੀ ਹੈ, ਉਦੋਂ ਸਵਰਗੀ ਸਰਦਾਰ ਜਸਵੰਤ ਸਿੰਘ ਕੰਵਲ ਹੋਣੀ ਜਿਸ ਵਿਚਾਰ ਦੇ ਨਾਲ ਉਸ ਕਾਨਫਰੰਸ ਨੂੰ ਹੋਂਦ 'ਚ ਲਿਆਉਂਦੇ ਨੇ, ਉਹਨਾਂ ਦਾ ਕਹਿਣਾ ਸੀ ਕਿ ਪੰਜਾਬੀ ਨੂੰ ਕੌਮਾਂਤਰੀ ਪੱਧਰ ਤੇ ਪਛਾਣ ਦਿਵਾਉਣ ਵਾਸਤੇ ਸਾਡੇ ਕੋਲੇ ਕੋਈ ਕੌਮਾਂਤਰੀ ਮੰਚ ਚਾਹੀਦਾ। ਜਿਹੜੀ 1980 ਦੀ ਕਾਨਫਰੰਸ ਸੀ, ਉਹਦਾ ਬੇਸਿਕ ਏਜੰਡਾ ਇਹੀ ਸੀ ਵੀ ਕੌਮਾਂਤਰੀ ਮੰਚ ਸਥਾਪਿਤ ਕੀਤਾ ਜਾਵੇ, ਪਰ ਉਹ ਕੁਝ ਕਾਰਨਾਂ ਕਰਕੇ ਕਾਨਫਰੰਸ ਬਹੁਤ ਸਫਲ ਰਹੀ, ਬਹੁਤ ਵੱਡੇ ਪੱਧਰ ਤੇ ਹੋਈ, ਪਰ ਉਹ ਮੰਚ ਸਥਾਪਿਤ ਨਾ ਕੀਤਾ ਜਾ ਸਕਿਆ। ਉਸ ਤੋਂ ਬਾਅਦ 1986 ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਕਾਨਫਰੰਸ ਹੁੰਦੀ ਹੈ, 1983 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰੀ ਦਿੱਲੀ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਹੁੰਦੀ ਹੈ, 1997 ਦੇ ਵਿੱਚ ਅਮਰੀਕਾ ਦੇ ਵਿੱਚ ਹੁੰਦੀ ਹੈ, 2002 ਦੇ ਵਿੱਚ ਦੁਬਾਰਾ ਇੰਗਲੈਂਡ ਦੇ ਵਿੱਚ ਹੁੰਦੀ ਹੈ, 2009 ਤੋਂ ਲਗਾਤਾਰ ਪਿਛਲੇ 10 ਸਾਲਾਂ ਤੋਂ ਕੈਨੇਡਾ ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਹਰ 2 ਸਾਲ ਬਾਅਦ ਹੋ ਰਹੀਆਂ ਨੇ। ਪਰ ਜੋ 1980 ਦੇ ਵਿੱਚ ਇੱਕ ਏਜੰਡਾ ਸੀ, ਜਸਵੰਤ ਸਿੰਘ ਕੰਵਲ ਉਹਨਾਂ ਦਾ ਕਹਿਣਾ ਸੀ ਕਿ ਕੌਮਾਂਤਰੀ ਮੰਚ ਸਥਾਪਿਤ ਕੀਤਾ ਜਾਵੇ, ਉਹ 40 ਸਾਲਾਂ ਦੇ ਵਿੱਚ ਨਹੀਂ ਹੋ ਸਕਿਆ। 2017 ਦੇ ਵਿੱਚ ਕੈਨੇਡਾ ਵਾਲੀ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਸੀ, ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਇਹ ਸਵਾਲ ਦੁਬਾਰਾ ਹੋਣ ਦੇ ਵਿੱਚ ਆਉਂਦਾ ਹੈ ਕਿ ਕੌਮਾਂਤਰੀ ਪੱਧਰ ਤੇ ਮੰਚ ਜਦ ਤੱਕ ਸਥਾਪਿਤ ਨਹੀਂ ਕੀਤਾ ਜਾਂਦਾ, ਜਦ ਤੱਕ ਵੱਖ-ਵੱਖ ਮੁਲਕਾਂ ਦੇ ਵਿੱਚ ਬੈਠੇ ਪੰਜਾਬੀਆਂ ਦਾ ਇੱਕ ਰਾਬਤਾ ਨਹੀਂ ਬਣਦਾ ਹੈ। ਮੈਂ ਇੱਕ ਗੱਲ ਹੋਰ ਸਪਸ਼ਟ ਕਰਨੀ ਚਾਹੁੰਦਾ, ਕੱਲੇ ਲੇਖਕ, ਆਲੋਚਕ, ਚਿੰਤਕਾਂ ਨਾਲ ਅਸੀਂ ਕੋਈ ਮੰਚ ਸਥਾਪਿਤ ਕਰਕੇ ਅੱਗੇ ਨਹੀਂ ਵੱਧ ਸਕਦੇ। ਬਿਲਕੁਲ। ਜਦੋਂ 1997 ਦੇ ਵਿੱਚ ਇਹ 2017 ਦੇ ਵਿੱਚ ਜਦੋਂ ਸਵਾਲ ਇਹ ਉੱਠਦਾ ਹੈ, ਤਾਂ 2019 ਦੀ ਵਰਲਡ ਪੰਜਾਬੀ ਕਾਨਫਰੰਸ ਤੋਂ ਬਾਅਦ ਇਹ ਮੰਚ ਦੀ ਹੁੰਦੀ ਹੈ। ਤੇ ਮੈਂ ਇਹਨੂੰ ਇਸ ਕਰਕੇ ਬਾਕੀਆਂ ਤੋਂ ਵੱਖਰਾ ਦੇਖਦਾ ਕਿ ਜੋ ਪਿਛਲੇ 40 ਸਾਲਾਂ ਦੇ ਵਿੱਚ ਸਰਦਾਰ ਜਸਵੰਤ ਸਿੰਘ ਕੰਵਲ ਹੋਣੀ ਵੀ ਸਾਨੂੰ ਇਸ ਸਾਲ ਮਾਰਚ ਦੇ ਵਿੱਚ ਅਲਵਿਦਾ ਕਹਿ ਗਏ, ਪਰ ਉਹਨਾਂ ਦਾ ਜੋ ਸੁਪਨਾ ਸੀਗਾ ਉਹਨੂੰ ਸਹੀ ਅਰਥਾਂ ਦੇ ਵਿੱਚ ਹੋਂਦ ਨੂੰ ਲਿਆਉਣ ਵਾਸਤੇ ਸਾਨੂੰ ਇੱਕ ਲੰਮਾ ਅਰਸਾ ਲੱਗ ਗਿਆ। ਅਸੀਂ ਉਹਨਾਂ ਸਵਾਲਾਂ, ਉਹਨਾਂ ਵਿਚਾਰਾਂ ਨੂੰ ਲੈ ਕੇ ਜਗਤ ਪੰਜਾਬੀ ਕਾਨਫਰੰਸ, ਜਗਤ ਪੰਜਾਬੀ ਸਭਾ ਜੋ 2019 ਦੇ ਵਿੱਚ ਹੋਂਦ ਦੇ ਵਿੱਚ ਆਉਂਦੀ ਹੈ, ਤੇ ਵਿਸ਼ਵ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਬਿੱਲਾ ਔਲਖ ਜੀ ਨੇ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਭਾਰਤ ਦੇ ਵਿੱਚ, ਪਾਕਿਸਤਾਨ ਦੇ ਵਿੱਚ 6 ਮੁਲਕਾਂ ਦੇ ਵਿੱਚ ਇਸ ਸਮੇਂ ਇਹ ਸੰਸਥਾ ਕਿਸੇ ਨਾ ਕਿਸੇ ਪੱਧਰ ਦੇ ਉੱਤੇ, ਭਾਵੇਂ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਕੰਮ ਕੀਤਾ, ਪਰ ਇਹ ਜ਼ਰੂਰ ਹੈ ਕਿ ਇੱਕ ਮੰਚ ਬਣ ਕੇ ਕੰਮ ਸ਼ੁਰੂ ਹੋ ਚੁੱਕਿਆ ਹੈ। ਮੈਂ ਜਗਤ ਪੰਜਾਬੀ ਸਭਾ ਨੂੰ ਉਸ 1980 ਤੋਂ ਲੈ ਕੇ ਹੁਣ ਤੱਕ ਜੋ ਹੋਂਦ 'ਚ ਆਉਣ ਦਾ ਕਾਰਨ ਹੈ, ਉਸੇ ਕਾਰਨਾਂ ਨੂੰ ਲੈ ਕੇ ਇਹ ਮੰਚ ਸਥਾਪਿਤ ਹੁੰਦਾ ਹੈ। ਜੀ ਬਿਲਕੁਲ, ਇਹ ਕੋਈ ਛੋਟਾ ਮੰਚ ਨਹੀਂ ਹੈਗਾ। ਜਦੋਂ ਕਿਸੇ ਵੀ ਪੰਜਾਬੀਆਂ ਦੀ ਗੱਲ ਆਉਂਦੀ ਹੈ, ਪੰਜਾਬੀ ਭਾਸ਼ਾ ਦੀ ਗੱਲ ਆਉਂਦੀ ਹੈ, ਪੰਜਾਬੀ ਵਿਦਵਾਨਾਂ ਦੀ ਗੱਲ ਆਉਂਦੀ ਹੈ, ਉਹ ਮੰਚ ਆਪਣੇ ਆਪ ਵਿੱਚ ਬਹੁਤ ਵਿਸ਼ਾਲ ਹੋ ਨਿਬੜਦਾ, ਬਹੁਤ ਉਸਦਾ ਵੱਡਾ ਆਕਾਰ ਹੋ ਨਿਬੜਦਾ। ਭਾਵੇਂ ਦੇਖਣ ਵਾਲੇ ਉਸਨੂੰ ਭਾਵੇਂ ਛੋਟਾ ਕਹਿਣ, ਵੱਡਾ ਕਹਿਣ, ਲੇਕਿਨ ਉਸਦਾ ਆਕਾਰ ਹਮੇਸ਼ਾ ਆਸਮਾਨ ਤੱਕ ਪਹੁੰਚ ਜਾਂਦਾ, ਕਿਉਂਕਿ ਤੁਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ।
ਚੱਠਾ ਸਾਹਿਬ ਇੱਥੇ ਇੱਕ ਬਹੁਤ ਹੀ ਇੱਕ मैं मेजर क्वेश्चन है तो करना चाहांगा और मैं चाहांगा कि तुसी बड़े सोच विचार के दस जवाब दिओ क्योंकि लगातार कॉन्फ्रेंसां होंदियां ने सैमीनार होंदे ने गोष्ठियां करवाईयां जांदियां ने ਵੱਡੇ ਵੱਡੇ ਵਿਦਵਾਨਾਂ ਨੂੰ ਥਾਂ ਦਿੱਤੀ ਜਾਂਦੀ ਹੈ ਬੋਲਣ ਦੀ ਮੰਚ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਤੁਹਾਡੇ ਵੱਲੋਂ ਮੰਚ ਦਿੱਤੇ ਗਏ ਨੇ ਵਿਦਵਾਨਾਂ ਨੂੰ ਇਹਦਾ ਨਾਲ ਕੋਈ ਪ੍ਰਾਪਤੀ ਵੀ ਹੋਈ ਹੈ ਜਾਂ ਸਿਰਫ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਜਾਂ ਸਿਰਫ ਇੱਕ ਪ੍ਰੋਗਰਾਮ ਹੋਣੀ ਪੜਦਾ ਬਿਲਕੁਲ ਜੀ ਮੈਂ ਤਾਂ ਜਦੋਂ ਕੋਈ ਨਿਸ਼ਠਾ ਕਰਕੇ ਕਿਸੇ ਕੰਮ ਨੂੰ ਕੀਤਾ ਜਾਵੇ ਜੇ ਪ੍ਰਾਪਤੀ ਵਾਲੀ ਗੱਲ ਕਰੀਏ ਤੇ 2016 ਤੋਂ ਪਹਿਲਾਂ ਮੈਂ ਕਦੀ ਸੁਣਿਆ ਨਹੀਂ ਸੀ ਵੀ ਨੈਤਿਕਤਾ ਜਾਂ ਮੋਰਲ ਵੈਲਿਊ ਦਾ ਜਿਹੜਾ ਹੈਗਾ ਬਈ ਕਦੇ ਪੜਾਈ ਜਾਣ ਦੀ ਲੋੜ ਹੈਗੀ ਆ ਇਹ ਗੱਲ ਵੀ ਵਿਸ਼ਵ ਪੰਜਾਬੀ ਕਾਨਫਰੰਸ ਚੋਂ ਨਿਕਲੀ ਕੀ ਸੀਗੀ ਵੀ ਸਾਨੂੰ ਨੈਤਿਕਤਾ ਜਿਹੜੀ ਆ ਬੱਚਿਆਂ ਨੂੰ ਪੜਾਉਣੀ ਚਾਹੀਦੀ ਆ ਪਹਿਲਾਂ ਨਹੀਂ ਲੋੜ ਸੀ ਕਿਉਂਕਿ ਪਹਿਲਾਂ ਸਾਂਝੇ ਪਰਿਵਾਰ ਸੀ ਉਹ ਗੁਣ ਸਾਂਝੇ ਪਰਿਵਾਰਾਂ ਚੋਂ ਸਿੱਖ ਲਏ ਜਾਂਦੇ ਸੀਗੇ ਸਾਂਝੇ ਪਰਿਵਾਰ ਤੋਂ ਦੁਆਰਾ ਅਸੀਂ ਨਹੀਂ ਲੈ ਕੇ ਆ ਸਕਦੇ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਗਿਣਦਾ ਹੈਗਾ ਵਾ ਨੈਤਿਕਤਾ ਦੀ ਕਿਤਾਬ ਤਿਆਰ ਕਰਾਉਣੀ 50,000 ਬੱਚਿਆਂ ਦੇ ਐਗਜ਼ਾਮ ਲੈ ਕੇ ਉਹਨਾਂ ਨੂੰ ਇਨਾਮ ਹਾਈ ਕੋਰਟ ਦੇ ਜੱਜ ਸਾਹਿਬਾਨ ਸਾਹਿਬ ਕੋਲ ਦਿਵਾਉਣੇ ਮੁੜ ਕੇ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਪਟਿਆਲੇ ਵਿੱਚ ਕਰਵਾ ਕੇ ਸਰ ਜਗਜੀਤ ਸਿੰਘ ਜੀ ਦਰਦੀ ਸਾਡੇ ਨਾਲ ਸਨ ਤੇ ਉਸ ਵੇਲੇ ਮਹਾਰਾਣੀ ਜੀ ਸਾਡੇ ਮੁੱਖ ਮਹਿਮਾਨ ਸੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਇਹਨਾਂ ਨੂੰ ਮੈਂ ਸਕੂਲ ਦੇ ਸਬਜੈਕਟ ਦੇ ਵਿੱਚ ਲਵਾਉਣ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਅੱਜ ਦੇਖੋ 2018 ਦੇ ਵਿੱਚ ਉਹ ਨੈਤਿਕਤਾ ਦਾ ਵਿਸ਼ਾ ਪੰਜਾਬ ਦੇ ਸਕੂਲਾਂ ਦੇ ਵਿੱਚ ਲੱਗ ਚੁੱਕਾ ਅੱਜ ਕੱਲ ਲੱਖਾਂ ਜਾਂ ਕਰੋੜਾਂ ਜਿੰਨੇ ਵੀ ਬੱਚੇ ਆ ਉਹ ਪੜ੍ਹ ਵੀ ਰਹੇ ਤੇ ਗਾ ਪੜ੍ਹਨਗੇ ਵੀ ਇਹ ਮੈਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚੋਂ ਨਿਕਲਿਆ ਇਹ ਮਤਾ ਹੈਗਾ ਵਾ ਇਹ ਜੇ ਵਿਸ਼ਵ ਪੰਜਾਬੀ ਕਾਨਫਰੰਸ ਨਾ ਹੁੰਦੀਆਂ ਤੇ ਕਦੀ ਸਕੂਲਾਂ 'ਚ ਸਬਜੈਕਟ ਨਹੀਂ ਲੱਗਣਾ ਸੀਗਾ ਠੀਕ ਹੈ ਕਾਨ ਸਾਹਿਬ ਇਹਨਾਂ ਨੇ ਕਾਫੀ ਮੁੱਖ ਗੱਲਾਂ ਤਾਂ ਦੱਸ ਦਿੱਤੀਆਂ ਨੇ ਚੱਠਾ ਸਾਹਿਬ ਨਾਲ ਤੁਸੀਂ ਕੀ ਕੁਝ ਦੱਸਣਾ ਚਾਹੋਗੇ ਕਿਹੜੇ ਕਿਹੜੇ ਜਗਤ ਪੰਜਾਬੀ ਸਭਾ ਵੱਲੋਂ ਮੁੱਖ ਕਾਰਜ ਕੀਤੇ ਗਏ ਨੇ ਮੁੱਖ ਕੰਮ ਕੀਤੇ ਗਏ ਨੇ ਜੋ ਅੱਜ ਯਾਦਗਾਰ ਸਾਬਿਤ ਹੋਣ ਨਿਬੜੇ ਨੇ ਜਿਹੜੀ ਇਹਨਾਂ ਚੋਂ ਸਾਰਿਆਂ ਨਾਲੋਂ ਮਿਹਨਤ ਇਹ ਹੈ ਵੀ ਪੰਜਾਬ ਦੇ ਵਿੱਚ ਇੱਕ ਸਬਜੈਕਟ ਲੱਗ ਜਾਣਾ ਸਾਨੂੰ ਇੰਡੀਆ ਦੇ ਵਿੱਚ ਜਦੋਂ ਵੀ ਅਸੀਂ ਮਹਿਸੂਸ ਕਰਦੇ ਹਾਂ ਬੜੀ ਘਾਟ ਮਹਿਸੂਸ ਹੁੰਦੀ ਹੈ ਨੈਤਿਕਤਾ ਦੀ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਭਾਵੇਂ ਉਹ ਕਿਸੇ ਵੀ ਮੁਲਕ ਦੇ ਵਿੱਚ ਆ ਉਹ ਅਸੀਂ ਸਾਡੀ ਆ ਜਿਹੜੀ ਨੈਤਿਕਤਾ ਦਾ ਸਬਜੈਕਟ ਚਾਲੂ ਕਰਾਉਣਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਜੀ ਔਰ ਜਿਹੜੇ ਅਸੀਂ ਬੱਚਿਆਂ ਦੇ ਐਗਜ਼ਾਮ ਲਏ ਜੀ ਇੱਥੇ ਵੀ ਅਸੀਂ ਭਾਸ਼ਣ ਮੁਕਾਬਲੇ ਕਰਵਾਏ ਬੱਚਿਆਂ ਦੇ ਨੈਤਿਕਤਾ ਦੇ ਆਧਾਰ ਤੇ ਉਹਨਾਂ ਦੇ ਰਿਟਨ ਪੇਪਰ ਲਏ ਤੇ ਉਸ ਦਾ ਜਿਹੜਾ ਰਿਜ਼ਲਟ ਨਿਕਲਿਆ ਉਸ ਨੂੰ ਜਦੋਂ ਪੰਜਾਬ ਦੇ ਵਿੱਚ ਲਾਗੂ ਹੋ ਗਿਆ ਹੁਣ ਸਾਡਾ ਇਹ ਵੀ ਮੰਤਵ ਆ ਵੀ ਅਸੀਂ ਦੂਜੇ ਜਿਹੜੇ ਸੂਬੇ ਆ ਹਿੰਦੁਸਤਾਨ ਦੇ ਜਿੱਥੇ ਪੰਜਾਬੀ ਜ਼ਿਆਦਾ ਬੋਲਦੇ ਆ ਉੱਥੇ ਵੀ ਇਹਦਾ ਪ੍ਰਚਾਰ ਤੇ ਪ੍ਰਸਾਰ ਕਰੀਏ ਤੇ ਅਸੀਂ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੱਥੇ ਪੰਜਾਬੀਅਤ ਦੀ ਕੁਝ ਘਾਟ ਲੱਗਦੀ ਆ ਘੱਟੋ ਘੱਟ ਪੰਜਾਬੀ ਜਿਹੜੀ ਜਮਾਤ ਆ ਉਹਦੇ ਵਿੱਚ ਤਾਂ ਮੋਰਲਿਟੀ ਦਾ ਲੈਵਲ ਬਹੁਤ ਹਾਈ ਹੋਣਾ ਚਾਹੀਦਾ ਤੇ ਅੱਜ ਬੜੀ ਵੱਡੀ ਜ਼ਰੂਰਤ ਹੈ ਜੀ ਢਿੱਲੋਂ ਸਾਹਿਬ ਤੁਸੀਂ ਇਹਦੇ ਵਿੱਚ ਕੁਝ ਐਡ ਆਨ ਕਰਨਾ ਚਾਹੋਗੇ ਕਿਉਂਕਿ ਜੋ ਇਹ ਕੰਮ ਦੱਸ ਰਹੇ ਨੇ ਮੈਂ ਕਹਾਂਗਾ ਕਿ ਇਹ ਤਾਂ ਛੋਟੇ ਮੋਟੇ ਸਕੂਲਾਂ ਵਿੱਚ ਵੀ ਹੁੰਦੇ ਰਹਿੰਦੇ ਨੇ ਜਾਂ ਫਿਰ ਛੋਟੀਆਂ ਮੋਟੀਆਂ ਜਿਹੜੀਆਂ ਸੁਸਾਇਟੀਆਂ ਨੇ ਉਹ ਵੀ ਕਰਾਉਂਦੀਆਂ ਰਹਿੰਦੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣ ਰਹੀਆਂ ਹੋਣਗੀਆਂ ਉਹ ਤਾਂ ਇਹ ਕਹਿਣਗੇ ਕਿ ਐਵੇਂ ਦੀਆਂ ਸੁਸਾਇਟੀਆਂ ਜਿਹੜੀਆਂ ਹੁੰਦੀਆਂ ਨੇ ਇਹ ਛੋਟੇ ਮੋਟੇ ਕੰਮ ਕਰਾ ਕੇ ਬਸ ਕਿਉਂਕਿ ਵੱਡੇ ਮੁਲਕਾਂ 'ਚ ਤੁਸੀਂ ਬੈਠੇ ਹੋ ਇਸ ਕਰਕੇ ਨਾਮ ਇੱਕ ਵੱਡਾ ਹੋ ਜਾਂਦਾ ਤੁਸੀਂ ਇਹਦੇ ਵਿੱਚ ਕੁਝ ਹੋਰ ਐਡ ਆਨ ਕਰਨਾ ਚਾਹੋਗੇ ਭਲਿੰਦਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਜਦੋਂ ਕੋਈ ਕੰਮ ਸ਼ੁਰੂ ਹੁੰਦਾ ਉਸ ਟਾਈਮ ਉਹ ਬਹੁਤ ਛੋਟਾ ਹੁੰਦਾ ਜੇ 1980 ਦੇ ਵਿੱਚ ਜਸਵੰਤ ਸਿੰਘ ਕਮਲੋਣੀ ਕਹਿੰਦੇ ਆ ਕਿ ਕੌਮਾਂਤਰੀ ਮੰਚ ਸਥਾਪਿਤ ਹੋਣਾ ਚਾਹੀਦਾ ਹੈ ਜੇ ਉਹਦੀ ਸਥਾਪਤੀ ਦੇ ਵਿੱਚ 38 ਸਾਲਾਂ ਦਾ ਸਮਾਂ ਲੱਗਦਾ ਹੈ ਤਾਂ ਜੋ ਨਤੀਜੇ ਹੁੰਦੇ ਉਹ ਇੰਨੀ ਛੇਤੀ ਸਾਰਥਕਤਾ ਨਾਲ ਪ੍ਰਾਪਤ ਨਹੀਂ ਹੁੰਦੇ ਪਰ ਜੋ ਮੈਂ ਪ੍ਰਾਪਤੀ ਸਮਝਦਾ ਸਭ ਤੋਂ ਪਹਿਲੀ ਪ੍ਰਾਪਤੀ ਤਾਂ ਇਹੀ ਹੈ ਕਿ ਕੌਮਾਂਤਰੀ ਮੰਚ ਦੇ ਉੱਤੇ ਅੱਜ ਗੱਲ ਤਾਂ ਹੋ ਰਹੀ ਹੈ ਨਾ ਅੱਜ ਸਾਡੇ ਕੋਲੇ 7 ਮੁਲਕਾਂ ਦੇ ਵਿੱਚ ਗੱਲ ਕਰਨ ਦਾ ਇੱਕ ਜਰੀਆ ਤਾਂ ਸਥਾਪਿਤ ਹੋਇਆ ਨਾ ਜੇ ਆਪਾਂ ਕਹਿੰਦੇ ਵੀ ਛੋਟੇ ਲੈਵਲ ਤੇ ਸਕੂਲਾਂ ਦੇ ਵਿੱਚ ਹੋਈ ਹੈ ਅਸਲ ਦੇ ਵਿੱਚ ਦੁਨੀਆ ਦਾ ਕੋਈ ਵੀ ਸਿੱਖਿਆ ਸਿਸਟਮ ਹੈ ਕੋਈ ਵੀ ਮੁਲਕ ਹੈ ਕੋਈ ਵੀ ਦੇਸ਼ ਹੈ ਬੇਸਿਕ ਜੋ ਚੀਜ਼ ਹੈ ਜੋ ਸੁਧਾਰ ਹੈ ਜੋ ਭਵਿੱਖ ਹੈ ਉਹ ਬੇਸਿਕ ਤੋਂ ਸ਼ੁਰੂ ਹੋਣਾ ਉਹ ਸਕੂਲ ਤੋਂ ਸ਼ੁਰੂ ਹੋਣਾ ਜੇ ਇਹ ਵਿਸ਼ਾ ਸਕੂਲਾਂ ਦੇ ਵਿੱਚ ਪੜ੍ਹਾਇਆ ਗਿਆ ਤਾਂ ਅਸੀਂ ਇਹ ਸੋਚੋ ਆਉਣ ਵਾਲੇ 20 ਸਾਲਾਂ ਦੇ ਵਿੱਚ ਅਸੀਂ ਇੱਕ ਜਨਰੇਸ਼ਨ ਚੇਂਜ ਕਰ ਸਕਦੇ ਹਾਂ ਇਹਨੂੰ ਆਪਾਂ ਛੋਟੀ ਗੱਲ ਨਹੀਂ ਸਮਝ ਸਕਦੇ ਇਹ ਵਿਸ਼ੇ ਦਾ ਲਾਗੂ ਹੋਣਾ ਵਿਸ਼ਾ ਪੜਾਇਆ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਚਲੋ ਮੰਨ ਲੈਂਦੇ ਆ ਚੱਠਾ ਸਾਹਿਬ ਇਸ ਆਉਣ ਵਾਲੀ ਜਿਹੜੀ ਹੈਗੀ ਹੈ ਸਭਾ ਵਿੱਚ ਤੁਸੀਂ 101 ਪੰਜਾਬੀ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਉਸ ਦਾ ਉਦੇਸ਼ ਤੁਹਾਨੂੰ ਤੋਂ ਜਾਣ ਸਕਦੇ ਹਾਂ ਕਿਉਂਕਿ ਤੁਸੀਂ ਵਰਲਡ ਪੰਜਾਬੀ ਕਾਨਫਰੰਸ ਕਰਾਉਂਦੇ ਹੋ ਉਹਦਾ ਉਦੇਸ਼ ਤਾਂ ਤੁਸੀਂ ਦੱਸ ਦਿੱਤਾ ਜਗਤ ਪੰਜਾਬੀ ਸਭਾ ਦਾ ਉਦੇਸ਼ ਦੱਸ ਦਿੱਤਾ ਹੁਣ ਪੰਜਾਬੀ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦਾ ਜਿਹੜਾ ਉਦੇਸ਼ ਹੈ ਸਾਨੂੰ ਉਹ ਵੀ ਕਲੀਅਰ ਕਰ ਦਿਓ ਇੱਕ ਵਾਰੀ ਜਿਸ ਵੀ ਕਿਸੇ ਇਨਸਾਨ ਨੇ ਵਧੀਆ ਅਖਲਾਕ ਨਾਲ
ਉਹਨੇ ਆਪਣਾ ਵੀ ਨਾਂ ਬਣਾਇਆ ਹੋਵੇ ਤੇ ਪੰਜਾਬੀਅਤ ਦਾ ਵੀ ਨਾਂ ਬਣਾਇਆ ਹੋਵੇ, ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੋਵੇ, ਤੇ ਸਾਨੂੰ ਉਹਨੂੰ ਸਨਮਾਨਿਤ ਕਰਨਾ ਚਾਹੀਦਾ, ਸਾਨੂੰ ਉਹਨੂੰ ਸ਼ਾਬਾਸ਼ ਦੇਣੀ ਹੀ ਚਾਹੀਦੀ ਆ। ਜਿਵੇਂ ਮੈਂ ਕਬੱਡੀ ਵਾਲੇ ਜੇ ਖੇਡਦੇ ਹੋਣ ਤੇ ਜੇ ਉਹਨਾਂ ਨੂੰ ਸ਼ਾਬਾਸ਼ ਨਾ ਦੇਣ ਵਾਲਾ ਹੋਵੇ ਤੇ ਗੱਲ ਬਣਦੀ ਨਹੀਂਗੀ। ਇਸ ਕਰਕੇ ਜਿਹੜੇ ਵੀ ਇਨਸਾਨ ਨੇ ਇੱਕ ਵਧੀਆ ਕੰਮ ਕੀਤੇ ਹੈਗੇ ਆ, ਉਹਦੇ ਤੋਂ ਪ੍ਰੇਰਨਾ ਲੈ ਕੇ ਹੋਰ ਆਉਣ ਵਾਲੀਆਂ ਜਨਰੇਸ਼ਨਾਂ ਵਧੀਆ ਕੰਮ ਕਰਨਗੇ। ਇਸ ਕਰਕੇ ਅਸੀਂ ਇਸੇ ਪੈਟਰਨ ਤੇ ਅਸੀਂ ਪੰਜਾਬੀਆਂ ਦੀ ਕਰ ਰਹੇ ਹੈਗੇ ਆ। ਇਹਦੇ ਵਿੱਚ ਪੰਜਾਬੀਆਂ ਦੇ ਵਿੱਚ ਹਿੰਦੂ ਵੀ ਆ, ਸਿੱਖ ਵੀ ਆ, ਮੁਸਲਮਾਨ ਵੀ ਆ, ਕ੍ਰਿਸਚੀਅਨ ਵੀ ਆ। 101 ਅਸੀਂ ਉਹਨਾਂ ਪੰਜਾਬੀਆਂ ਦੀ ਇੱਕ ਲਿਸਟ ਤਿਆਰ ਕਰ ਰਹੇ ਆ। ਉਹਦੀ ਕਾਫੀ ਟੇਬਲ ਬੁੱਕ ਇੱਕ ਤਿਆਰ ਕਰਾਂਗੇ। ਅਸੀਂ ਪ੍ਰਭਲੀਨ ਸਿੰਘ ਜੀ ਉਹਨਾਂ ਕੋਲੋਂ ਸਿੱਖਿਆ ਸੀ ਇਹ। ਉਹਨਾਂ ਨੇ ਇੱਕ 50 ਸਿੱਖ ਸਾਹਿਬਾਨ ਦੀ ਇੱਕ ਬੁੱਕ ਬਹੁਤ ਹੀ ਸੋਹਣੀ ਛਪਵਾਈ ਸੀਗੀ। ਉਹਨਾਂ ਨੂੰ ਦੇਖ ਕੇ ਮੈਨੂੰ ਪ੍ਰੇਰਨਾ ਮਿਲੀ ਵੀ ਅਸੀਂ ਸਾਰੇ ਸੰਸਾਰ ਦੇ ਵਿੱਚੋਂ 101 ਪੰਜਾਬੀਆਂ ਨੂੰ ਸ਼ਾਬਾਸ਼ ਦਈਏ। ਸ਼ਾਬਾਸ਼ ਦੇਣੀ ਸਾਡੇ ਲਈ ਸਾਡਾ ਇੱਕ ਧਰਮ ਹੀ ਬਣਦਾ ਹੈਗਾ। ਜੇ ਕਿਸੇ ਬੰਦੇ ਨੇ ਚੰਗੇ ਕੰਮ ਕੀਤਾ ਹੈਗਾ ਤੇ ਉਹਨੂੰ ਸ਼ਾਬਾਸ਼ ਦਈਏ। ਜੋ ਤੁਸੀਂ ਡਾਕਟਰ ਪ੍ਰਭਲੀਨ ਜੀ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ 50 ਨਾਵਾਂ ਦੀ ਇੱਕ ਕਿਤਾਬ ਕੱਢੀ ਸੀ, ਉਹਨਾਂ ਤੋਂ ਵੀ ਮੈਂ ਸਵਾਲ ਕੀਤਾ ਸੀ ਔਰ ਤੁਹਾਨੂੰ ਵੀ ਮੈਂ ਉਹ ਸਵਾਲ ਕਰਦਾ ਹਾਂ ਕਿ ਆਖਰ ਉਹਨਾਂ ਨੇ 50 ਕੀਤੇ, ਤੁਸੀਂ 101 ਕੀਤੇ, ਕੀ ਪੰਜਾਬੀਆਂ ਦੀ ਗਿਣਤੀ ਉੱਥੇ ਤੱਕ ਹੀ ਆਉਂਦੀ ਹੈ? ਪੰਜਾਬੀਆਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈਗੀ ਹੈ ਜਿਹੜੇ ਮਹਾਨ ਕੰਮ ਕਰਦੇ ਨੇ। ਉਹ ਕਿਤੇ ਨਾ ਕਿਤੇ ਫਿਰ ਇਹ ਨਾ ਹੋਣ ਕਿ ਭਾਈ ਭਤੀਜਾਵਾਦ ਇੱਥੇ ਵਿੱਚ ਆ ਜਾਏ ਕਿ ਨਹੀਂ ਜੀ ਫਲਾਣੇ ਨੂੰ ਸਨਮਾਨਿਤ ਕਰ ਦਿੱਤਾ ਗਿਆ, ਮੈਂ ਤਾਂ ਰਹਿ ਗਿਆ ਪਿੱਛੇ, ਮੈਂ ਤਾਂ ਇਹ ਵੀ ਫਲਾਣੀ ਕਿਤਾਬ ਵੀ ਕੱਢੀ ਹੈਗੀ ਹੈ, ਮੈਂ ਪੰਜਾਬੀਆਂ ਲਈ ਇਹ ਕੰਮ ਵੀ ਕੀਤਾ ਹੈਗਾ, ਮੈਂ ਪੰਜਾਬੀਆਂ ਲਈ ਉਹ ਕੰਮ ਵੀ ਕੀਤਾ ਹੈਗਾ। ਅਜਿਹੀਆਂ ਸ਼ਖਸੀਅਤਾਂ ਦੀ ਤਾਂ ਫਹਿਰਿਸਤ ਹੀ ਬਹੁਤ ਲੰਬੀ ਹੈਗੀ ਹੈ। 101 ਹੀ ਕਿਉਂ ਚੱਠਾ ਸਾਹਿਬ? 101 ਤਾਂ ਕੋਤਰ 100 ਦਾ ਹਿਸਾਬ ਲਾ ਲਓ ਤੁਸੀਂ। ਇਹਦੀ ਭਾਵੇਂ ਚਾਹੇ ਕੁਝ ਮੋਟਸ ਹੋਵੇ ਨਾ ਹੋਵੇ, ਕਿ ਚੰਗਾ ਲੱਗਦਾ ਫਿਗਰ ਵੀ ਅਸੀਂ 101 ਬੰਦੇ ਨੂੰ ਘੱਟੋ ਘੱਟ ਸ਼ੁਰੂ ਕੀਤਾ ਹੈਗਾ। ਪਿਛਲੀ ਅਸੀਂ 51 ਕੀਤੇ ਸੀ, 101 ਕੀਤਾ ਹੈਗਾ। ਵੱਧ ਤੋਂ ਵੱਧ ਅਸੀਂ ਜ਼ਿਆਦਿਆਂ ਨੂੰ ਵੀ ਕਰਾਂਗੇ, ਪਰ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਲਿਸਟ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇ ਜਿਹੜੀਆਂ ਪਹਿਲਾਂ ਇਗਨੋਰਡ ਹੈਗੀਆਂ, ਜਿਨ੍ਹਾਂ ਨੂੰ ਨਹੀਂ ਕੀਤਾ ਗਿਆ। ਜੇ ਅਸੀਂ ਪਹਿਲਾਂ ਹੀ ਸਾਰ ਮਿਲਖਾ ਸਿੰਘ ਵਰਗੇ ਵੱਡੇ ਵੱਡੇ ਬੰਦਿਆਂ ਨੂੰ ਕਰਦੇ ਜਿਨ੍ਹਾਂ ਦੇ ਆਲਰੇਡੀ ਲੋਕਾਂ ਨੂੰ ਨਾਂ ਪਤਾ ਹੀ ਹੈਗਾ, ਉਸ ਦੀ ਬਜਾਏ ਅਸੀਂ ਜਿਹੜੇ ਵੀ ਬੰਦੇ ਨੇ ਇਹ ਪਹਿਲਾਂ ਲੋਕਾਂ ਨੂੰ ਨਹੀਂ ਪਤਾ ਪਰ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹੈਗੇ ਆ, ਉਹ ਆਪਣੇ ਬਾਰੇ ਲੋਕਾਂ ਨੂੰ ਦੱਸਣਾ ਵੀ ਨਹੀਂ ਚਾਹੁੰਦੇ, ਅਸੀਂ ਉਹਨਾਂ ਨੂੰ ਵੀ ਕੱਢ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੈਗੇ ਆ ਤਾਂ ਕਿ ਲੋਕਾਂ ਨੂੰ, ਦੁਨੀਆ ਨੂੰ ਪਤਾ ਲੱਗੇ ਵੀ ਇਹਨਾਂ ਪੰਜਾਬੀਆਂ ਨੇ ਆਪਣਾ ਵੀ ਨਾਂ ਬਣਾਇਆ ਤੇ ਪੰਜਾਬੀਅਤ ਦਾ ਨਾਂ ਵੀ ਚਮਕਾਇਆ ਹੈਗਾ ਵਾ। ਸਾਡਾ ਤਾਂ ਮਕਸਦ ਸਿਰਫ ਇਕੱਲਾ ਇਹੋ ਹੀ ਆ। ਇਹਦੇ ਲਈ ਮੈਂ ਤੁਹਾਨੂੰ ਜਿਵੇਂ ਦੱਸਾਂ ਬਹੁਤ ਸਾਰੇ ਬੰਦੇ ਰਹਿ ਜਾਣਗੇ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਇੱਕ ਨਿੱਕੀ ਜੀ ਕਹਾਣੀ ਆ ਜਿਹੜੀ ਕੋਈ ਵਧੀਆ ਨਹੀਂ ਗੀ ਕਹਾਣੀ, ਪਰ ਫਿਰ ਵੀ ਮੈਂ ਦੱਸ ਦਿੰਦਾ। ਇੱਕ ਬੰਦਾ ਰੱਬ ਦਾ ਬਹੁਤ ਵੱਡਾ ਭਗਤ ਸੀਗਾ। ਉਸ ਬੰਦੇ ਨੇ ਹਰ ਵੇਲੇ ਕਿਹਾ ਮੈਨੂੰ ਲੱਖ ਰੁਪਏ ਦੀ ਲਾਟਰੀ ਨਿਕਲ ਆਵੇ, ਮੈਨੂੰ ਲੱਖ ਰੁਪਏ ਦੀ ਲਾਟਰੀ ਨਿਕਲ ਆਵੇ। ਉਹਦੀ ਲਾਟਰੀ ਨਿਕਲੀ ਨਹੀਂ ਤੇ ਉਹ ਉੱਪਰ ਚਲੇ ਗਿਆ ਮਹਾਰਾਜ ਦੇ ਕੋਲ। ਤੇ ਉਹਦੇ ਕੋਲ ਬੰਦਾ ਬੈਠਾ, ਕੋਈ ਉਹਦੇ ਨਾਲ ਦਾ, ਕਹਿੰਦਾ ਹੈਗਾ ਜੀ ਤੁਸੀਂ ਭਾਰਾ ਤੁਹਾਡਾ ਐਡਾ ਵੱਡਾ ਭਗਤ ਸੀਗਾ ਤੇ ਇਹਦੀ ਤੁਸੀਂ ਲਾਟਰੀ ਕੱਢ ਦਿੰਦੇ 1 ਲੱਖ ਰੁਪਏ, ਤੁਹਾਡੇ ਲਈ ਕੀ ਮੁਸ਼ਕਲ ਸੀਗਾ? ਉਹ ਰੱਬ ਕਹਿੰਦਾ ਵੀ ਮੈਂ ਤੇ ਇਹਦੀ ਕੱਢ ਦਿੰਦਾ, ਪਰ ਇਹ ਲਾਟਰੀ ਦੀ ਕੀ ਟਿਕਟ ਤਾਂ ਖਰੀਦਦਾ। ਇਹਦੇ ਲਈ ਸਾਡਾ ਮਕਸਦ ਸਿਰਫ ਇਹ ਹੈਗਾ ਵੀ ਅਸੀਂ ਇੱਕ 15 ਅਕਤੂਬਰ ਤੱਕ ਇੱਕ ਡੇਟ ਰੱਖੀ ਹੋਈ ਹੈਗੀ ਆ ਵੀ ਉਦੋਂ ਤੱਕ ਅਪਲਾਈ ਕਰੋ। ਜਿਹੜੇ ਵੀ ਤੁਹਾਡੇ ਦਿਮਾਗ ਵਿੱਚ ਤੁਸੀਂ ਕਹਿੰਦੇ 121, ਪਤਾ ਨਹੀਂ ਕਿਸੇ ਨੇ ਕਿਸੇ ਦਾ ਨਾਮ ਲੈਣਾ ਕਿ ਨਹੀਂ ਲੈਣਾ, ਸਾਡੇ ਕੋਲ ਘੱਟੋ ਘੱਟ ਕਿਸੇ ਦਾ ਅਪਲਾਈ ਕਰਕੇ ਉਹਦੀਆਂ ਪ੍ਰਾਪਤੀਆਂ ਬਾਰੇ ਸਾਨੂੰ ਦੱਸ ਕੇ ਅਪਲਾਈ ਕਰੋ। ਅਸੀਂ ਉਹਦੀ ਘੋਖ ਕਰਕੇ ਤੇ ਉਹਦਾ ਨਾਂ ਵਿੱਚ ਪਾਵਾਂਗੇ, ਪਰ ਉਹਦੇ ਲਈ ਸਾਡੀਆਂ ਕੋਈ ਸ਼ਰਤਾਂ ਸਾਡੀਆਂ ਵੀ ਹੈਗੀਆਂ ਵਾ। ਉਹ ਬੰਦੇ ਦਾ ਕਦੇ ਕ੍ਰਿਮੀਨਲ ਰੈਕਡ ਨਾ ਹੋਵੇ, ਇੱਕ ਬਹੁਤ ਜ਼ਿਆਦਾ ਪੈਸੇ ਵਾਲੇ ਬੰਦੇ ਦਾ ਤੁਸੀਂ ਉਹਨੂੰ ਸਨਮਾਨ ਕਰਨਾ ਚਾਹੁੰਦੇ ਹੋ। ਤੇ ਮੈਨੂੰ ਗੁਰਭਜਨ ਗਿੱਲ ਦੀ ਕੁਝ ਦਿਨ ਪਹਿਲਾਂ ਲਿਖੀ ਗੱਲ ਆ ਵੀ ਬਹੁਤ ਅਮੀਰ ਬੰਦਾ, ਉਹਨੇ ਸਾਡੇ ਸਿੱਖ ਸਮਾਜ ਲਈ ਜਾਂ ਪੰਜਾਬੀ ਸਮਾਜ ਲਈ ਕੀਤਾ ਵੀ ਹੈ ਕੁਝ, ਸਾਨੂੰ ਉਹਦੀ ਗੱਲ ਕਰੋ। ਅਸੀਂ ਇਹ ਚਾਹੁੰਦੇ ਹਾਂ ਕਿ ਵਧੀਆ ਇਨਸਾਨਾਂ ਦਾ ਨਾਂ ਪਾਈਏ। ਅੱਜ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਹੈਗਾ, ਸਾਡੀ ਲਿਸਟ ਤਿਆਰ ਕਰਨ ਤੋਂ ਬਾਅਦ, ਬੁੱਕ ਕਿਤਾਬ ਕਰਨ ਤੋਂ ਬਾਅਦ ਆਬਜੈਕਸ਼ਨ ਸਭ ਤੋਂ ਪਹਿਲਾਂ ਇਹੋ ਹੀ ਹੋਣਾ ਵੀ ਆਹ ਬੰਦਾ ਬਹੁਤ ਵਧੀਆ ਸੀ, ਇਹਦਾ ਨਾਂ ਪਿਆ ਨੇਗਾ ਨਾ। ਅਸੀਂ ਤਾਂ ਇਹ ਵੀ ਛੋੜ ਦਿੱਤੀ ਹੈ, ਬੰਦਾ ਆਪਣੇ ਤੌਰ ਤੇ ਆਪ ਵੀ ਅਪਲਾਈ ਕਰ ਦੇਵੇ ਤੇ ਉਹਦਾ ਅਸੀਂ ਰੈਕਡ ਜ਼ਰੂਰ ਚੈੱਕ ਕਰਕੇ, ਤੇ ਜੇ ਉਹਨੇ ਕੋਈ ਪੰਜਾਬੀ ਸਮਾਜ ਲਈ ਕੁਝ ਕੰਮ ਵਧੀਆ ਕੀਤਾ ਹੋਵੇ ਤਾਂ ਉਹਦਾ ਨਾਂ ਵਿੱਚ ਜ਼ਰੂਰ ਪਾਵਾਂਗੇ। ਮੇਰੇ ਖਿਆਲ 101 ਵੀ ਭਾਲਣੇ ਇਹੋ ਜਿਹੇ ਔਖੇ ਹੋ ਜਾਣੇ ਸਾਨੂੰ। ਠੀਕ ਹੈ, ਹੁਣ ਜਿਵੇਂ ਚੱਠਾ ਸਾਹਿਬ ਤੁਸੀਂ ਖੁਦ ਹੀ ਅਲਫਾਜ਼ਾਂ ਦਾ ਇਸਤੇਮਾਲ ਕੀਤਾ, ਉਹੀ ਅਲਫਾਜ਼ਾਂ ਨੂੰ ਮੈਂ ਦੁਬਾਰਾ ਦੁਹਰਾਣਾ ਕਿ ਤੁਸੀਂ ਕਿਹਾ ਹੈਗਾ ਕਿ ਤੁਸੀਂ ਉਹਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰੋਗੇ ਜਿਨ੍ਹਾਂ ਨੂੰ ਪਹਿਲਾਂ ਇਗਨੋਰ ਕੀਤਾ ਗਿਆ, ਪਹਿਲਾਂ ਕਿਤੇ ਵੀ ਉਹ ਸਨਮਾਨਿਤ ਨਹੀਂ ਕੀਤੇ ਗਏ। ਮੈਂ ਠੀਕ ਫਰਮਾਇਆ? ਬਿਲਕੁਲ, ਮੈਂ ਤੁਹਾਨੂੰ ਇਹ ਇਗਨੋਰ, ਪਰ ਉਹ ਉਹਨੇ ਸ਼ਾਈਨ ਨਹੀਂ ਹੋਏ, ਕਿਉਂਕਿ ਮੈਂ ਕਦੇ ਬਹੁਤ ਜ਼ਿਆਦਾ ਵੱਡੇ ਬੰਦੇ ਨੂੰ ਐਵੇਂ ਇਗਨੋਰ ਵੀ ਨਾ ਕਰਦੀ ਅਸੀਂ, ਕਿਉਂਕਿ ਜਿਨ੍ਹਾਂ ਨੇ ਕੰਮ ਕੀਤੇ ਉਹਨਾਂ ਤਾਂ ਕਰਾਂਗੇ, ਪਰ ਅਸੀਂ ਚਾਹੁੰਦੇ ਹੈਗੇ ਆ ਵੀ ਜਿਹੜੇ ਬੰਦਿਆਂ ਦਾ ਪਹਿਲਾਂ ਸਮਾਜ ਨੂੰ ਨਹੀਂ ਪਤਾ ਉਹਨਾਂ ਦਾ ਵੀ ਸਾਰੇ ਬਾਕੀਆਂ ਨੂੰ ਪਤਾ ਲੱਗੇ ਜਿਨ੍ਹਾਂ ਨੇ ਕੰਮ ਚੰਗੇ ਕੀਤੇ ਹੈਗੇ ਆ। ਹੁਣ ਕਰੋਨਾ ਦੇ ਵਿੱਚ ਇੱਕ ਢਿੱਲੋਂ ਸਾਹਿਬ ਹੈਗੇ ਆ, ਜਿੰਨਾ ਕੁਝ ਉਹਨਾਂ ਨੇ ਸੇਵਾ ਕੀਤੀ ਬੰਦਾ ਸੋਚ ਵੀ ਨਹੀਂ ਸਕਦਾ, ਸਾਨੂੰ ਉਹਨਾਂ ਦਾ ਪਤਾ ਹੀ ਨਹੀਂ ਸੀਗਾ। ਅੱਜ ਕੱਲ ਜਿੰਨਾ ਟੈਕਨੋਲੋਜੀ ਵੱਧ ਚੁੱਕੀ ਹੈਗੀ ਆ, ਇਹਦੇ ਨਾਲ ਸਾਰੇ ਹੀ ਪੰਜਾਬੀਆਂ ਨੂੰ ਇਹਦੇ ਬਾਰੇ ਪਤਾ ਲੱਗੂਗਾ। ਅਸੀਂ ਵੀ ਇਹਦਾ ਫਾਇਦਾ ਉਠਾ ਕੇ ਤੁਹਾਡੇ ਮਾਧਿਅਮ ਰਾਹੀਂ ਵੀ ਅੱਜ
ਜਿਹੜਾ ਵੀ ਬੰਦੇ ਆ ਸੁਣ ਰਹੇ ਹੈਗੇ ਆ, ਸਾਨੂੰ ਉਹ ਅਪਲਾਈ ਕਰਨ ਤੇ ਜਿਹੜੇ ਬੰਦੇ ਦਾ ਕੰਮ ਠੀਕ ਆ ਤੇ ਬਿਲਕੁਲ ਇਹ ਕਰਾਂਗੇ। ਕੋਈ ਸਾਡੇ ਚਾਚੇ ਦਾ ਪੁੱਤ ਨਹੀਂਗਾ, ਕੋਈ ਮਾਮੇ ਦਾ ਪੁੱਤ ਨਹੀਂਗਾ। ਅਸੀਂ ਹਰੇਕ ਵਧੀਆ ਪੰਜਾਬੀ ਨੂੰ ਸਨਮਾਨਿਤ ਕਰਨਾ ਚਾਹੁੰਦੇ ਆ, ਕਿਉਂਕਿ ਜੇ ਅਸੀਂ ਵਧੀਆ ਇਨਸਾਨ ਨੂੰ ਇਹ ਸਨਮਾਨਿਤ ਕਰਾਂਗੇ ਤਾਂ ਸਾਡੀ ਜਗਤ ਪੰਜਾਬੀ ਸਭਾ ਦਾ ਨਾਮ ਵੀ ਉਹਦੇ ਨਾਲ ਹੀ ਰੋਸ਼ਨ ਹੋਊਗਾ। ਬਿਲਕੁਲ ਠੀਕ ਹੈ। ਕਾਂਗ ਸਾਹਿਬ, ਹੁਣ ਤੁਹਾਡੇ ਕੋਲ ਆਵਾਂਗਾ। ਲਗਾਤਾਰ ਜਿਵੇਂ ਚੱਠਾ ਸਾਹਿਬ ਦੱਸ ਰਹੇ ਨੇ ਕਿ ਕਈ ਸ਼ਖਸੀਅਤਾਂ ਨੂੰ ਇਗਨੋਰ ਕੀਤਾ ਗਿਆ, ਉਹਨਾਂ ਨੂੰ ਸਨਮਾਨਿਤ ਕਰਨ ਦੀ ਜ਼ਰੂਰਤ ਸੀ ਔਰ ਅੱਜ 101 ਸ਼ਖਸੀਅਤਾਂ ਵਿੱਚ ਉਹਨਾਂ ਦੇ ਨਾਂ ਸਭ ਤੋਂ ਉੱਪਰ ਸ਼ੁਮਾਰ ਕੀਤੇ ਗਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਹ ਲਿਸਟ ਤਿਆਰ ਹੁੰਦੀ ਹੈ ਤਾਂ ਕਿਤੇ ਨਾ ਕਿਤੇ, ਜਿਵੇਂ ਚੱਠਾ ਸਾਹਿਬ ਪਹਿਲਾਂ ਹੀ ਇਹ ਕਬੂਲ ਕਰ ਚੁੱਕੇ ਨੇ, ਜਦੋਂ ਇਹ ਬੁੱਕ ਰਿਲੀਜ਼ ਹੋਏਗੀ ਤੁਸੀਂ ਕਰੋਗੇ ਤਾਂ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਨੇ ਉਹ ਵਿਰੋਧ ਕਰਨ ਲਈ ਵੀ ਸਾਹਮਣੇ ਆ ਜਾਣਗੇ ਕਿ ਤੁਸੀਂ ਆਹ ਵਾਲੀ ਜਿਹੜੀ ਦੂਜੀ ਲਿਸਟ ਸੀਗੀ, ਆਪ ਇਹਦੇ ਵਿੱਚ ਹੋਰ ਜ਼ਿਆਦਾ ਸਿਆਣੇ ਨਾਂ ਸੀਗੇ, ਤੁਸੀਂ ਉਹਨਾਂ ਨੂੰ ਇਗਨੋਰ ਕਰਤਾ, ਉਹਦਾ ਕੀ ਜਵਾਬ ਦਿਓਗੇ? ਕਾਂਗ ਸਾਹਿਬ, ਹਰੇਕ ਮੰਚ ਤੇ ਜਾ ਕੇ ਅਪੀਲ ਕਰਦੇ ਆ ਵੀ ਤੁਸੀਂ ਸਾਨੂੰ, ਕੋਈ ਬੰਦਾ ਆਪ ਦਾ ਨਾਂ ਆਪ ਨਹੀਂ ਦੇ ਸਕਦਾ, ਕੋਈ ਕਿਸੇ ਨੂੰ ਪਤਾ ਹੈ ਕਿਸੇ ਚੰਗੇ ਬੰਦੇ ਬਾਰੇ, ਉਹਦੇ ਬਾਰੇ ਸਾਨੂੰ ਜਾਣਕਾਰੀ ਦੇਵੇ, ਅਸੀਂ ਉਹਦੀ ਘੋਖ ਪੜਤਾਲ ਕਰਕੇ ਤੇ ਅਸੀਂ ਸ਼ਾਮਲ ਕਰ ਲਈਏ। ਬਹੁਤ ਬੰਦੇ ਜੀ, ਕੁਝ ਅਮਰੀਕਾ ਦੇ ਵਿੱਚ ਹੋਣਗੇ ਜਿਨ੍ਹਾਂ ਨੇ ਪੰਜਾਬੀਅਤ ਵਾਸਤੇ ਬਹੁਤ ਕੁਝ ਕੀਤਾ ਹੈ, ਜਿਨ੍ਹਾਂ ਨੇ ਚੰਗੇ ਹਰੇਕ ਫੀਲਡ ਦੇ ਵਿੱਚ ਨਾਮ ਖੱਟਿਆ ਔਰ ਹੋ ਸਕਦਾ ਉਹਨਾਂ ਦਾ ਨਾਂ ਕਿਸੇ ਨੂੰ ਪਤਾ ਵੀ ਲੱਗਿਆ ਹੋਵੇ। ਤੇ ਅਸੀਂ ਇਹ ਤਾਂ ਹੀ ਕਹਿੰਦੇ ਆ ਵੀ ਹਰੇਕ ਮੰਚ ਤੇ ਜਾ ਕੇ ਵੀ ਤੁਸੀਂ ਸਾਨੂੰ ਹਰੇਕ ਪੰਜਾਬੀ ਦੇ ਬਾਰੇ ਜਾਣਕਾਰੀ ਦਿਓ। ਕੋਈ ਵੀ ਬੰਦਾ ਜਿਹਨੇ ਬਹੁਤ ਚੰਗਾ ਕੰਮ ਕੀਤਾ ਹੈ, ਆਪਦੇ ਫਾਈਨੈਂਸ਼ੀਅਲ ਆਪਦੇ ਵਾਸਤੇ ਵੀ ਕੀਤਾ ਹੈ, ਸਮਾਜ ਵਾਸਤੇ ਵੀ ਕੀਤਾ ਹੈ, ਜਾਂ ਉਹਨੇ ਕੋਈ ਇੰਡਸਟਰੀ ਲਾਈ ਆ ਜਾਂ ਕੋਈ ਗੇਮਿੰਗ ਦੇ ਵਿੱਚ ਆ, ਕੋਈ ਹੋਰ ਵੀ ਸਮਾਜ ਦੇ ਭਲੇ ਦਾ ਕੰਮ ਜਿਹਨੇ ਕੀਤਾ ਹੈ, ਪੰਜਾਬੀਆਂ ਦਾ ਨਾਮ ਖੱਟਿਆ ਜੀ ਨੇ ਜੀ। ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਦੀ ਲਿਸਟ ਆਵੇ ਤਾਂ ਕਿ ਅਸੀਂ ਉਹਨਾਂ ਚੋਂ ਬੰਦੇ ਛਾਂਟ ਸਕੀਏ। ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਜਿਹੜਾ ਕੋਈ ਵੀ ਜਿਹੜਾ ਸਮਝਦਾ ਕੱਲ ਨੂੰ ਜਿਹਨੇ ਆਲੋਚਨਾ ਕਰਨੀ ਹੈ ਉਹ ਘੱਟੋ ਘੱਟ ਨਾਮ ਤਾਂ ਦੇਵੇ, ਫਿਰ ਉਦੋਂ ਮਗਰੋਂ ਅਸੀਂ ਉਸ ਤੇ ਚੈੱਕ ਕਰ ਲਾਂਗੇ ਜੀ ਵੀ ਕੀ ਹੋਣਾ ਚਾਹੀਦਾ ਜੀ। ਠੀਕ ਹੈ, ਟਿੱਕਾ ਸਾਹਿਬ, ਤੁਹਾਡੇ ਤੋਂ ਵੀ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇਹੀ ਜਵਾਬ ਦਿਓਗੇ ਕਿ ਇਸ ਲਿਸਟ ਵਿੱਚ ਜਿਹੜਾ ਹੈਗਾ ਭਾਈ ਭਤੀਜਾਵਾ ਸਾਹਮਣੇ ਨਹੀਂ ਆਏਗਾ, ਕਿਉਂਕਿ ਲੋਕਾਂ ਦੀ ਹਮੇਸ਼ਾ ਹੀ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਵੀ ਅਜਿਹੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਉਹਨਾਂ ਦਾ ਹਮੇਸ਼ਾ ਇਹ ਤਰਕ ਰਹਿੰਦਾ ਹੈ ਕਿ ਨਹੀਂ, ਇਹਨਾਂ ਨੇ ਮੋਟੀ ਰਕਮ ਦਿੱਤੀ ਹੋਣੀ ਹੈ ਤਾਂ ਹੀ ਇਹਨਾਂ ਨੂੰ ਇਹ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ, ਇਹਨਾਂ ਨੂੰ ਸ਼ੀਲਡ ਪ੍ਰਦਾਨ ਕੀਤੀ ਗਈ ਹੈ, ਨਹੀਂ ਤਾਂ ਇਹਨਾਂ ਨੇ ਕੋਈ ਪਿੱਛੋਂ ਕੋਈ ਕੰਮ ਕਰਾਉਣਾ ਹੋਣਾ ਤਾਂ ਹੀ ਇਹ ਨਾਮ ਜਿਹੜੇ ਨੇ ਇਹ ਲਿਸਟ ਵਿੱਚ ਪਾਏ ਗਏ ਨੇ। ਢਿੱਲੋਂ ਸਾਹਿਬ, ਜੇ ਇਸ ਗੱਲ ਦਾ ਆਪਾਂ ਕੋਈ ਸਪਸ਼ਟ ਜਵਾਬ ਦੇਣਾ ਹੋਵੇ ਤਾਂ ਆਲੋਚਕ ਹੁੰਦੇ ਆ ਜਿਹੜੇ, ਆਲੋਚਨਾ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਆਲੋਚਨਾ ਦਾ ਕੋਈ ਆਧਾਰ ਹੁੰਦਾ, ਇੱਕ ਨਿਰਾਧਾਰ ਆਲੋਚਨਾ ਹੁੰਦੀ ਹੈ ਵੀ ਫਲਾਣਾ ਬੰਦਾ ਇਹ ਕੰਮ ਕਰ ਰਿਹਾ, ਉਹ ਕੰਮ ਠੀਕ ਨਹੀਂ ਕਰੂਗਾ। ਪਰ ਜਦੋਂ ਅਸੀਂ 101 ਬੰਦਿਆਂ ਦੀ ਗੱਲ ਕਰਦੇ ਹਾਂ, ਮੈਂ ਤੁਹਾਨੂੰ ਥੋੜੀ ਜਿਹੀ ਫੇਰ ਇੱਕ ਵਾਰ ਇਹਦੀ ਬੈਕਗਰਾਉਂਡ 'ਚ ਲੈ ਕੇ ਜਾਣਾ। 2017 ਦੇ ਵਿੱਚ 2019 ਦੇ ਵਿੱਚ 51 ਬੰਦਿਆਂ ਦੀ ਇੱਕ ਲਿਸਟ ਬਣਦੀ ਹੈ। ਉਹ 51 ਬੰਦਿਆਂ ਦਾ ਜਿਹੜਾ ਸਨਮਾਨਿਤ ਸ਼ਖਸੀਅਤਾਂ ਸੀਗੀਆਂ, ਉਹ 51 ਦੇ ਵਿੱਚ ਤਕਰੀਬਨ ਉਹ ਨਾ ਸੀ ਜਿਸ ਤੇ ਕੋਈ ਕਿੰਤੂ ਪਰੰਤੂ ਨਾ ਹੋ ਸਕਿਆ। ਤੇ ਮੈਂ ਇਹ ਵੀ ਉਮੀਦ ਕਰਦਾ ਵੀ ਇਹ 101 ਬੰਦੇ ਉਹ ਹੋਣਗੇ ਜਿਨ੍ਹਾਂ ਤੇ ਕਿੰਤੂ ਪਰੰਤੂ ਨਹੀਂ ਹੋਊਗਾ। ਪਰ ਕਿੰਤੂ ਪਰੰਤੂ ਦਾ ਇੱਕ ਆਧਾਰ ਹੁੰਦਾ ਹੈ। ਭੁਲਿੰਦਰ ਜੀ, ਤੁਸੀਂ ਪੱਤਰਕਾਰੀ ਨਾਲ ਜੁੜੇ ਹੋ, ਤੁਸੀਂ ਸਮਝਦੇ ਹੋ ਜਦੋਂ ਕਿਸੇ ਚੀਜ਼ ਦੀ ਆਲੋਚਨਾ ਹੁੰਦੀ ਹੈ ਤਾਂ ਉਹਦੇ ਕੁਝ ਕਾਰਨ ਹੁੰਦੇ ਨੇ। ਕੁਝ ਬੰਦਿਆਂ ਦਾ ਕੰਮ ਹੀ ਆਲੋਚਨਾ ਕਰਨਾ, ਪਰ ਅਸੀਂ ਜਿਸ ਉਮੀਦ ਨਾਲ ਕੰਮ ਕਰ ਰਹੇ ਹਾਂ, ਜਿੱਥੇ ਤੱਕ ਮੈਂ ਸਮਝਦਾ ਕਿ ਅਸੀਂ ਇੱਕ ਛੋਟੀ ਜਿਹੀ ਉਦਾਹਰਨ ਹੈ, ਪੰਜਾਬੀ ਦਾ ਪੇਪਰ IAS ਦਾ ਸਭ ਤੋਂ ਪਹਿਲਾਂ ਸ਼ਰਮਾ ਜੀ ਨੇ ਕਲੀਅਰ ਕੀਤਾ, ਜੋ ਅੱਜ ਕੱਲ੍ਹ ਜਲੰਧਰ DC ਨੇ। ਹੋ ਸਕਦਾ ਪਿਛਲੇ ਦਿਨਾਂ 'ਚ ਉਹਨਾਂ ਦੀ ਪੋਸਟਿੰਗ ਚੇਂਜ ਹੋਈ ਹੋਵੇ। ਉਸ ਵਿਅਕਤੀ ਨੂੰ ਪਹਿਲੀ ਵਾਰ ਅਸੀਂ ਸਨਮਾਨਿਤ ਕਰਨ ਦੀ ਇੱਕ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਦੇ ਬਹੁਤ ਵਿਅਕਤੀ ਨੇ ਜੋ ਕਿਤੇ ਨਾ ਕਿਤੇ ਬਹੁਤ ਵੱਡੇ ਕੰਮ ਕਰਕੇ ਵੀ ਪਿੱਛੇ ਰਹਿ ਜਾਂਦੇ ਨੇ। ਉਹ ਆਪਣੇ ਆਪ ਨੂੰ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ, ਪਰ ਇਸ ਤਰ੍ਹਾਂ ਦੀ ਸੇਵਾ ਉਹਨਾਂ ਨੇ ਇੱਕ ਲੀਹ ਪਾਤੀ। ਉਸ ਤੋਂ ਬਾਅਦ ਜੇ ਤੁਹਾਨੂੰ ਪਤਾ ਹੋਵੇ ਤਾਂ ਪਿਛਲੇ ਸਾਲ ਵੀ 3 ਬੰਦਿਆਂ ਨੇ, ਪੰਜਾਬੀਆਂ ਨੇ, ਪੰਜਾਬੀ 'ਚ ਪੇਪਰ ਦੇ ਕੇ IAS ਦੇ ਵਿੱਚ ਪਹੁੰਚੇ ਨੇ। ਪਰ ਜਿਸ ਵਿਅਕਤੀ ਨੇ ਇੱਕ ਲੀਹ ਪਾਈ, ਇੱਕ ਰਸਤਾ ਬਣਾਇਆ, ਇੱਕ ਮੀਲ ਪੱਥਰ ਸਥਾਪਿਤ ਕੀਤਾ, ਉਹਨਾਂ ਵਿਅਕਤੀਆਂ ਨੂੰ ਕਿਤੇ ਨਾ ਕਿਤੇ ਅੱਗੇ ਲਿਆਉਣਾ ਜ਼ਰੂਰੀ ਹੈ। ਸਾਡਾ 101 ਵਿਅਕਤੀਆਂ ਨੂੰ ਜਿਹੜਾ ਸਨਮਾਨਿਤ ਕਰਨ ਜਾਂ ਉਹਨਾਂ ਦੀ ਕਾਫੀ ਟੇਬਲ ਬੁੱਕ ਬਣਾਉਣ ਦਾ ਉਦੇਸ਼ ਬੇਸਿਕਲੀ ਇਹੀ ਹੈ। ਠੀਕ ਹੈ, ਚੱਠਾ ਸਾਹਿਬ, ਮੰਨ ਲੈਂਦੇ ਆ ਕਿ ਜੇਕਰ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਰ ਕੋਈ ਆਪਣੀ ਆਪਣੀ ਲਿਸਟ ਦੇਵੇ, ਆਪਣੇ ਆਪਣੇ ਬੰਦੇ ਜਿਹੜੇ ਉਹ ਜਾਣਦੇ ਨੇ ਉਹ ਤੁਹਾਨੂੰ ਆ ਕੇ ਉਹਨਾਂ ਦਾ ਪਰਿਚੈ ਦੇਣ, ਤੇ ਤੁਸੀਂ ਜ਼ਰੂਰ ਉਹਨਾਂ ਦੇ ਵਿੱਚੋਂ ਇੱਕ ਲਿਸਟ ਛਾਣੋਗੇ ਤੇ ਉਹ 101 ਪੰਜਾਬੀ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੂੰ ਸਨਮਾਨਿਤ ਕਰੋਗੇ। ਪਰ ਮੰਨ ਲੈਂਦੇ ਆ ਕਿ ਜੇਕਰ ਤੁਹਾਡੇ ਕੋਲ 500 ਜਾਂ 1000 ਦੀ ਲਿਸਟ ਪਹੁੰਚ ਜਾਂਦੀ ਹੈਗੀ ਹੈ, ਤੁਹਾਡੇ ਕੋਲ ਇੰਨੇ ਨਾਮ ਆ ਜਾਂਦੇ ਆ, ਛਾਂਟੀ ਕਰਨ ਵੇਲੇ ਕਿਸ ਤਰ੍ਹਾਂ ਛਾਂਟੀ ਕੀਤੀ ਜਾਏਗੀ, ਕਿਸ ਤਰ੍ਹਾਂ ਚੋਣ ਕੀਤੀ ਜਾਏਗੀ? ਬਾਹਲੀ ਵਾਰੀ ਅਸੀਂ, ਸਾਡੇ ਪ੍ਰਬੰਧਕ ਹੁੰਦੇ ਹੈਗੇ ਆ, ਇਹਨਾਂ ਨੂੰ ਅਸੀਂ ਮੈਰਿਜ ਉਸ ਸਿਲੈਕਸ਼ਨ ਕਮੇਟੀ ਵਿੱਚ ਨਹੀਂ ਪਾਉਂਦੇ। ਸਾਡੇ ਕੋਲ VC ਸਾਹਿਬਾਨ ਤੱਕ
ਵੱਖ-ਵੱਖ ਦੇਸ਼ਾਂ ਦੇ ਚੰਗੇ ਬੰਦਿਆਂ ਨੂੰ ਲਾਉਂਦੇ ਹੈਗੇ ਆ ਵੀ ਤਾਂ ਕਿ ਸਾਡੇ ਵੱਲੋਂ ਸਾਨੂੰ ਉਲਾਂਭਾ ਨਾ ਆਵੇ ਵੀ ਉਹਨਾਂ ਦੇ ਜੁੰਮੇ ਪਵੇ, ਪਰ ਨਿਗਾਹ ਸਾਡੀ ਜ਼ਰੂਰ ਹੁੰਦੀ ਆ ਵੀ ਉਹਨਾਂ ਨੇ ਸਹੀ ਬੰਦਿਆਂ ਨੂੰ ਕੀਤਾ ਜਾਂ ਗਲਤ ਬੰਦਿਆਂ ਨੂੰ ਕੀਤਾ ਹੈਗਾ। ਇਸ ਕਰਕੇ ਅੱਜ ਤੱਕ ਜਦੋਂ ਵੀ ਅਸੀਂ ਕੋਈ ਸਿਲੈਕਸ਼ਨ ਕਰਦੇ ਹੈਗੇ ਆ, ਅਸੀਂ ਆਪਦੇ ਮੈਨੇਜਮੈਂਟ ਦੇ ਬੰਦਿਆਂ ਨੂੰ ਉਹ ਤੋਂ ਪਰੇ ਰੱਖਦੇ ਹੈਗੇ ਆ, ਉਹਨਾਂ ਤੋਂ ਬਿਨਾਂ ਸਿਲੈਕਸ਼ਨ ਕਮੇਟੀ ਹੋਰ ਬਣਾਈ ਜਾਂਦੀ ਹੈਗੀ ਆ। ਠੀਕ ਹੈ ਜੀ। ਕੰਗ ਸਾਹਿਬ, ਇਹਨਾਂ ਦੀਆਂ ਕੋਈ ਤਰੀਕਾਂ ਦਾ ਤੁਸੀਂ ਦੱਸ ਸਕਦੇ ਹੋ ਕਿ ਤਰੀਕਾਂ ਕਦੋਂ ਤੱਕ ਇਹ ਫਾਈਨਲਾਈਜ਼ ਹੋ ਜਾਣਗੀਆਂ ਜਾਂ ਫਾਈਨਲ ਕਰ ਦਿੱਤੀਆਂ ਗਈਆਂ ਨੇ? ਦੁਬਾਰਾ ਸਵਾਲ ਕਰਿਓ ਜੀ। ਜਿਹੜੀ ਇੱਕ ਤਾਂ ਚੋਣ ਹੈਗੀ ਆ ਉਹਦੀ ਕੋਈ ਤਰੀਕਾਂ ਦਾ ਤੁਸੀਂ ਨਿਸ਼ਚਿਤ ਕੀਤਾ ਹੈਗਾ ਕਿ ਫਾਈਨਲਾਈਜ਼ ਕਦੋਂ ਤੱਕ ਹੋਣਗੀਆਂ ਤਰੀਕਾਂ, ਤੇ ਜਿਹੜੇ ਸਮਾਗਮ ਹੋਣੇ ਨੇ ਇਹ ਸਮਾਗਮ ਕਦੋਂ ਹੋਣੇ ਨੇ? ਜਿਹੜਾ ਸਮਾਗਮ ਆ ਉਹ ਸਾਡੇ ਜੀ ਵਰਲਡ ਪੰਜਾਬੀ ਕਾਨਫਰੰਸ 2021 ਹੋ ਰਹੀ ਹੈ ਜੀ, ਜੂਨ ਦੇ ਵਿੱਚ 26, 27, 28 ਜੂਨ ਨੂੰ। ਉਸੇ ਦੌਰਾਨ ਹੀ ਅਸੀਂ ਇਹਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਾਂਗੇ ਜੀ। ਸੋ ਅਸੀਂ ਜਿਹੜੀ ਜਦੋਂ ਤੱਕ ਇਹਨਾਂ ਦੀ ਲਿਸਟ ਮੰਗੀ ਹੈ ਜੀ, ਉਦੋਂ ਮਗਰੋਂ ਹੀ ਬੋਰਡ ਦਾ ਫੈਸਲਾ ਹੋਊਗਾ ਜੀ ਵੀ ਕਿਹੜਾ ਬੋਰਡ ਬੈਠੂਗਾ ਜਿਹੜਾ ਇਹਨਾਂ ਨੂੰ ਸ਼ਾਂਤੀ ਕਰੂਗਾ ਜੀ ਨਾਮਾਂ ਦੀ। ਜੀ ਠੀਕ ਹੈ। ਜੀ ਢਿੱਲੋਂ ਸਾਹਿਬ, ਜਿਹੜੇ ਸਮਾਗਮ ਤੁਸੀਂ ਕਰਵਾ ਰਹੇ ਹੋ ਇਹਦੇ ਵਿੱਚ ਸਿਰਫ ਕੀ ਗੋਸ਼ਟੀਆਂ ਹੋਣਗੀਆਂ, ਵਿਦਵਾਨ ਆ ਕੇ ਸਿਰਫ ਇੱਕ ਭਾਸ਼ਣ ਦੇ ਕੇ ਜਾਣਗੇ, ਜਾਂ ਫਿਰ ਇਸ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਦੇਵੇਗੀ? ਭੁਲਿੰਦਰ ਜੀ, ਜਿਹੜੇ ਸਮਾਗਮ ਕਰਵਾਏ ਜਾਂਦੇ ਆ, ਜਿਸ ਤਰ੍ਹਾਂ ਦੀ ਸਾਡੀ ਬੈਕਗ੍ਰਾਉਂਡ ਹੈ, ਅਸੀਂ ਹੁਣ ਤੱਕ 3 ਤਰ੍ਹਾਂ ਨਾਲ ਪੰਜਾਬੀਅਤ ਦੇ ਪ੍ਰਸਾਰ ਹਿੱਤ ਪ੍ਰੋਗਰਾਮ ਕੀਤੇ ਆ। ਵਿਸ਼ਵ ਪੰਜਾਬੀ ਕਾਨਫਰੰਸਾਂ, ਅੰਤਰਰਾਸ਼ਟਰੀ ਸੈਮੀਨਾਰ। ਤੀਜਾ, ਅਸੀਂ ਵਿਦਿਆਰਥੀਆਂ ਨੂੰ ਜੋੜਨ ਵਾਸਤੇ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਲਹਿਰ ਵੀ ਚਲਾਈ ਸੀ, ਨੈਤਿਕ ਸਿੱਖਿਆ ਲਹਿਰ ਚਲਾਈ। ਇਸ ਤਰ੍ਹਾਂ ਅਸੀਂ ਛੋਟੇ ਲੈਵਲ ਦੇ ਉੱਤੇ ਵੱਧ ਸਮਾਗਮ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਸਾਡਾ ਇੱਕ ਆਉਣ ਵਾਲੇ ਸਮੇਂ 'ਚ ਹੋਰ ਵੀ ਹੈ ਕਿ 2021 ਦੇ ਵਿੱਚ ਜੋ ਸਮਾਗਮ ਨੇ ਅਸੀਂ 5 ਮੁਲਕਾਂ 'ਚ ਕਰਨਾ ਚਾਹੁੰਦੇ ਹਾਂ, ਕਿਉਂਕਿ ਜੋ ਸਨਮਾਨਿਤ ਸ਼ਖਸੀਅਤਾਂ ਨੇ ਕੁਛ ਭਾਰਤ ਦੇ ਵਿੱਚ ਨੇ, ਅਮਰੀਕਾ ਦੇ ਵਿੱਚ ਨੇ, ਇੰਗਲੈਂਡ ਦੇ ਵਿੱਚ ਨੇ, ਪਾਕਿਸਤਾਨ ਦੇ ਵਿੱਚ ਨੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਵੰਡ ਕੇ ਪ੍ਰੋਗਰਾਮ ਕਰੀਏ। 4 ਜਾਂ 5 ਮੁਲਕਾਂ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮ ਕੀਤੇ ਜਾਣ, ਪਰ ਮੁੱਖ ਸਮਾਗਮ ਹੈ ਜੋ ਸਾਡੀ ਵਿਸ਼ਵ ਪੰਜਾਬੀ ਕਾਨਫਰੰਸ 25, 26, 27 ਜੂਨ ਨੂੰ ਕੈਨੇਡਾ ਦੇ ਵਿੱਚ ਹੋ ਰਹੀ ਹੈ। ਕੋਸ਼ਿਸ਼ ਹੋਵੇਗੀ ਕਿ ਵੱਧ ਤੋਂ ਵੱਧ ਸ਼ਮੂਲੀਅਤ ਉਸ ਸਮਾਗਮ ਦੇ ਵਿੱਚ ਕਰਵਾਈ ਜਾਵੇ। ਠੀਕ ਹੈ ਜੀ। ਜਗਤ ਪੰਜਾਬੀ ਸਭਾ, ਚੱਟਾ ਸਾਹਿਬ, ਜੇਕਰ ਇਸ ਦੀ ਗੱਲ ਕਰੀਏ ਤਾਂ ਇਸ ਦਾ ਵਿਸਥਾਰ ਭਾਰਤ ਵਿੱਚ ਤਾਂ ਤੁਸੀਂ ਨਾਲ ਮੇਰੇ ਨਾਲ ਢਿੱਲੋਂ ਸਾਹਿਬ ਜੁੜੇ ਹੋਏ ਨੇ, ਕੈਨੇਡਾ ਤੋਂ ਤੁਸੀਂ ਜੁੜੇ ਹੋਏ ਹੋ, ਕੀ ਸਿਰਫ ਇਹਨਾਂ 2 ਮੁਲਕਾਂ ਵਿੱਚ ਹੀ ਹੈ ਇਹਦਾ ਵਿਸਥਾਰ ਜਾਂ ਹੋਰਨਾਂ ਮੁਲਕਾਂ ਵਿੱਚ ਵੀ ਵਿਖਾਈ ਦਿੰਦੇ ਨੇ? ਹੋਰਨਾਂ ਮੁਲਕਾਂ ਵਿੱਚ ਵੀ ਤੁਹਾਡੇ ਨੁਮਾਇੰਦੇ ਨੇ? ਸਾਡੇ ਕੋਲ ਪਾਕਿਸਤਾਨ ਵਿੱਚ ਅਫਜ਼ਲ ਰਾਜ ਸਾਹਿਬ ਹੈਗੇ ਆ, ਪਾਕਿਸਤਾਨ ਜਿਹੜੇ ਸੈਕਟਰੀ ਨੇ। ਉਦੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਬਿੱਲਾ ਔਲਖ ਜੀ ਨੇ। ਅਸੀਂ ਖੁਦ ਆਪ ਹੀ ਆਸਟ੍ਰੇਲੀਆ ਜਾ ਕੇ ਗੇੜਾ ਲਾ ਕੇ ਆਏ। ਮੈਂ ਸਰਦੂਲ ਸਿੰਘ ਥਿਆੜਾ ਜੀ, ਸੰਤੋਖ ਸਿੰਘ ਸੰਧੂ ਜੀ। ਇਹ ਅਮਰੀਕਾ ਦੇ ਵਿੱਚ ਮਨਰੀਤ ਕੌਰ ਸਿੱਧੂ ਗਰੇਵਾਲ, ਬਲਵਿੰਦਰ ਸਿੰਘ ਚੱਠਾ, ਯੂਕੇ ਦੇ ਵਿੱਚ ਦਿਲਬੀਰ ਕੌਰ ਜੀ। ਸਾਡੇ ਇਹਨਾਂ ਸਾਰੇ ਕੰਟਰੀਆਂ ਦੇ ਵਿੱਚ ਨੁਮਾਇੰਦੇ ਹੈਗੇ ਆ, ਇਕੱਲੇ ਇਹਨਾਂ 2 ਕੰਟਰੀਆਂ 'ਚ ਨਹੀਂ ਕਿ ਸਾਰੇ ਹੀ ਕੰਮ ਕਰ ਰਹੇ ਆ ਜੀ। ਜੀ, ਤੇ ਉੱਥੇ ਵੀ ਪੂਰਾ ਜਗਤ ਪੰਜਾਬੀ ਸਭਾ ਦਾ ਵਿਸਥਾਰ ਆਪਣੇ ਤੌਰ ਤਰੀਕੇ ਨਾਲ ਹੁੰਦਾ, ਜਾਂ ਫਿਰ ਜਿਹੜੇ ਉੱਥੇ ਸਮਾਗਮ ਹੁੰਦੇ ਨੇ ਉਹਨਾਂ ਵਿੱਚ ਕੁਝ ਅਲੱਗ ਤੋਂ ਦਿਖਾਈ ਦਿੰਦਾ ਜੋ ਤੁਸੀਂ ਇਹ ਕੈਨੇਡਾ ਵਿੱਚ ਕਰਦੇ ਹੋ? ਹਜੇ ਤੱਕ ਉਹਨਾਂ ਕੰਟਰੀਆਂ ਵਿੱਚ ਸਭ ਤੋਂ ਜ਼ਿਆਦਾ ਸਮਾਗਮ ਹੋਏ ਹੈਗੇ ਆ ਜੀ। ਦੇਖੋ, ਇਹ ਇੰਡੀਆ ਦੇ ਵਿੱਚ ਹੋਏ ਹੈਗੇ ਆ, ਪਾਕਿਸਤਾਨ ਦੇ ਵਿੱਚ ਹੋਏ ਹੈਗੇ ਆ, ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਤੇ ਆਸਟ੍ਰੇਲੀਆ ਵਿੱਚ ਹਜੇ ਉਲੀਕੇ ਆ, ਉੱਥੇ ਉਹ ਸਮਾਗਮ ਨਹੀਂ ਹੋਏ। ਪਰ ਉਹ ਸਾਡੇ ਜੋ ਵੀ ਕਰਦੇ ਆ ਸਾਡੀਆਂ ਡਾਇਰੈਕਸ਼ਨ ਦੇ ਮੁਤਾਬਕ ਹੀ ਕਰਦੇ ਹੈਗੇ ਆ। ਹੁਣ ਅਫਜ਼ਲ ਰਾਜ ਜੀ ਨੇ ਪਾਕਿਸਤਾਨ ਦੇ ਵਿੱਚ ਕੁਝ ਦਿਨ ਪਹਿਲਾਂ ਹੀ 26 ਉਹਨਾਂ ਪੰਜਾਬੀ ਕਹਾਣੀ ਕਿਤਾਬਾਂ ਲਿਖਣ ਵਾਲਿਆਂ ਨੂੰ, ਜਿਨ੍ਹਾਂ ਨੇ 2019 ਵਿੱਚ ਕਿਤਾਬਾਂ ਲਿਖੀਆਂ ਸੀਗੀਆਂ, ਉਹਨਾਂ ਨੂੰ ਜਗਤ ਪੰਜਾਬੀ ਸਭਾ ਦੇ ਵੱਲੋਂ 26 ਬੰਦਿਆਂ ਨੂੰ ਕੈਸ਼ ਅਵਾਰਡ ਦਿੱਤੇ ਗਏ ਹੈਗੇ ਆ। ਉਸੇ ਤਰੀਕੇ ਨਾਲ ਹੀ ਜਿਹੜਾ 2020 ਦੇ ਵਿੱਚ ਕਿਤਾਬਾਂ ਲਿਖਣਗੀਆਂ, ਇਹਨਾਂ ਨੂੰ ਅਗਲੇ ਸਾਲ ਵਿੱਚ ਅਵਾਰਡ ਦਿੱਤੇ ਜਾਣਗੇ। ਅਸੀਂ ਪੰਜਾਬੀ ਦੀ ਪ੍ਰਫੁੱਲਤਾ ਲਈ ਜੋ ਕਰਨਾ ਚਾਹੁੰਦੇ ਆ, ਅਸੀਂ ਚਾਹੁੰਦੇ ਆ ਹਰੇਕ ਬੰਦਾ ਪੰਜਾਬੀ ਦੀ ਕਿਤਾਬ ਖਰੀਦ ਕੇ ਪੜ੍ਹੇ। ਬਹੁਤ ਸਾਰੇ ਬੰਦੇ ਰਾਈਟਰ ਦੇਖਦੇ ਆ ਵੀ 100-150 ਕਿਤਾਬ ਛਾਪ ਕੇ ਆਪਦੇ ਕੋਲ ਰੱਖ ਕੇ ਤੇ ਲੋਕਾਂ ਨੂੰ ਵੰਡਣ ਲੱਗ ਪੈਂਦੇ, ਕੋਈ ਖਰੀਦਦਾ ਨਹੀਂਗਾ। ਤੇ ਅਸੀਂ ਕਿਤਾਬ ਜਿਹੜੀ ਹੁਣ ਜਗਤ ਪੰਜਾਬੀ ਸਭਾ ਵੱਲੋਂ ਇੱਕ ਅਧਿਆਪਕ ਨਾਂ ਦੀ ਕਿਤਾਬ ਅਸੀਂ ਛਾਪੀ ਸੀਗੀ, ਉਹ ਕਿਤਾਬ ਅਸੀਂ 5000 ਛਾਪੀ ਤੇ ਇੱਕ ਵੀ ਬੰਦੇ ਨੂੰ ਕੋਈ ਗਿਫਟ ਨਹੀਂ ਦਿੱਤੀ ਤੇ ਨਾਂ ਲਿਖ ਕੇ ਦਿੱਤੀ ਹੈਗੀ ਆ। ਉਹ 5 ਦੀ 5000 ਕਿਤਾਬ ਇੱਕ ਵਿਕੀ ਆ। ਅਸੀਂ ਚਾਹੁੰਦੇ ਆ ਵੀ ਇਹ ਪੰਜਾਬੀਆਂ ਦੇ ਰਾਈਟਰਾਂ ਦੇ ਲਈ ਬੜੀ ਫਾਇਦੇ ਦੀ ਗੱਲ ਆ ਵੀ ਜਦੋਂ ਲੋਕ ਖਰੀਦ ਕੇ ਪੜ੍ਹਨਗੇ ਤੇ ਉਹ ਲੋਕ ਲਿਖਣਗੇ ਤੇ ਇਹਦੀ ਅਸੀਂ ਪਿਰਤ ਪਾਉਣੀ ਹੈਗੀ ਆ, ਤੇ ਅਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਦੇ ਵੀ ਕਿਸੇ ਕੋਲੋਂ ਕਿਤਾਬ ਫ੍ਰੀ ਨਾ ਫੜੋ।
ਪਰ ਕਿਤਾਬ ਦੇ ਵਿੱਚ ਜੀ। ਕੁਝ ਹੋਊਗਾ ਤਾਈਓ ਪੜ੍ਹਨਗੇ। ਉਸ ਕਿਤਾਬ ਬਾਰੇ ਮੈਂ ਇੰਨਾ ਹੀ ਕਹਿਦਾ, ਸਾਡੇ ਪ੍ਰਿੰਸੀਪਲ ਕਮਲਜੀਤ ਕੌਰ ਬਾਜਵਾ ਨੇ, ਉਹਨਾਂ ਦੀ ਗੱਲ ਸੀ ਵੀ 1-2 ਸਾਲ ਦੇ ਵਿੱਚ, ਪਹਿਲਾਂ 1 ਸਾਲ 'ਚ ਬੀਐਡ ਹੁੰਦੀ ਸੀ, ਅੱਜ ਕੱਲ੍ਹ 2 ਸਾਲ ਵਿੱਚ ਬੀਐਡ ਹੁੰਦੀ ਹੈਗੀ ਆ। ਉਹ 2 ਸਾਲ ਕੋਰਸ ਲਾ ਲਵੇ ਤੇ ਸਾਡੇ ਵਾਲੀ ਇਹ ਕਿਤਾਬ ਪੜ੍ਹ ਲਵੇ ਤੇ ਉਸ ਬੰਦੇ ਨੂੰ ਇਸ ਕਿਤਾਬ ਬਾਰੇ ਜ਼ਿਆਦਾ ਗਿਆਨ ਹੋਊਗਾ, ਅਧਿਆਪਕ ਦੀ ਕਿਤਾਬ ਬਾਰੇ। ਇਹ ਮੈਂ ਜਿਆਦਾ ਥੋੜੀ ਜਿਹੀ ਐਵੇਂ ਨਾ ਆਖ ਜਾਵਾਂ, ਕਿਉਂਕਿ ਲੋਕਾਂ ਦੇ ਇਹ ਓਪੀਨੀਅਨ ਆ ਗਿਆ, ਟੀਚਰ ਦੇ ਓਪੀਨੀਅਨ ਹੈਗੇ ਆ। ਤੇ ਮੈਂ ਚਾਹੂੰਗਾ ਅਗਲੀ ਵਾਰੀ ਭੁਲਿੰਦਰ ਜੀ ਤੁਸੀਂ ਵੀ ਉਹ ਕਿਤਾਬ ਪੜ੍ਹ ਕੇ ਜੋ ਲੋਕਾਂ ਨੇ ਕਿਹਾ ਹੈਗਾ ਵਾ, ਅਸੀਂ ਆਪਦੇ ਨਾਲੋਂ ਬੈਸਟ, ਅਸੀਂ ਵੀ ਤਾਂ ਭੁਲਿੰਦਰ ਸਿੰਘ ਆਪਦੇ ਨਾਲੋਂ ਬੈਸਟ ਕਿਤਾਬ ਤਿਆਰ ਕੀਤੀ ਆ। ਤਾਂ ਮੈਂ ਛੋਟੀ ਗੱਲ ਨਹੀਂ, ਬਹੁਤ ਵੱਡੀ ਕਹਿ ਰਿਹਾ ਵੀ 1 ਸਾਲ ਵਿੱਚ ਬੀਐਡ ਕਰਕੇ ਉਸ ਬੰਦੇ ਨੂੰ ਉਨਾ ਗਿਆਨ ਨਹੀਂ ਹੁੰਦਾ ਜਿੰਨਾ ਇਹ 150 ਪੇਜ ਦੀ ਕਿਤਾਬ ਪੜ੍ਹ ਕੇ ਗਿਆਨ ਹੋਊਗਾ। ਤੇ ਤੁਸੀਂ ਪੜ੍ਹ ਕੇ ਜੇ ਮੇਰੇ ਦੇ ਬਾਰੇ ਆਪਣੀ ਓਪੀਨੀਅਨ ਦਿਓਗੇ ਤਾਂ ਮੈਨੂੰ ਹੋਰ ਵੀ ਚੰਗਾ ਲੱਗੂਗਾ। ਬਿਲਕੁਲ, ਤੁਸੀਂ ਸਾਡੇ ਕੋਲ ਭੇਜੋਗੇ ਤਾਂ ਅਸੀਂ ਜ਼ਰੂਰ ਪੜਾਂਗੇ ਵੀ, ਔਰ ਉਸ ਤੇ ਵੀ ਮੈਂ ਚਾਹਾਂਗਾ ਕਿ ਇੱਕ ਅਸੀਂ ਨਜ਼ਰੀਆ ਪੇਸ਼ ਕਰੀਏ, ਲੋਕਾਂ ਦੇ ਸਾਹਮਣੇ ਰੱਖੀਏ ਉਸ ਕਿਤਾਬ ਨੂੰ, ਕਿ ਆਖਰ ਉਸ ਕਿਤਾਬ ਦੀ ਜੇਕਰ ਅਸੀਂ ਅੰਦਰ ਜਾਈਏ, ਅਸੀਂ ਪੜ੍ਹੀਏ ਤਾਂ ਆਖਰ ਕੀ ਕੁਝ ਤੁਸੀਂ ਲਿਖਿਆ ਗਿਆ ਹੈ ਔਰ ਤੁਹਾਡੇ ਵੱਲੋਂ ਲਿਖਿਆ ਗਿਆ ਔਰ ਕੀ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਚਾਹਾਂਗੇ ਕਿ ਮੈਂ ਆਪਣੇ ਇਸ ਪ੍ਰੋਗਰਾਮ ਨਜ਼ਰੀਏ ਦੇ ਜ਼ਰੀਏ ਪੂਰੀ ਦੁਨੀਆ ਨੂੰ ਅਸੀਂ ਦਸੀਏ। ਕੰਗ ਸਾਹਿਬ, ਤੁਹਾਡੇ ਕੋਲ ਆਵਾਂਗਾ ਕਿਉਂਕਿ ਬਹੁਤ ਸਾਰੀਆਂ ਸੁਸਾਇਟੀਆਂ ਨੇ ਜਿਹੜੀਆਂ ਕਿ ਵਰਲਡ ਪੰਜਾਬੀ ਕਾਨਫਰੰਸ ਦਾ ਲਗਾਤਾਰ ਸੰਚਾਲਨ ਕਰਦੀਆਂ ਆਈਆਂ ਨੇ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਵਰਲਡ ਪੰਜਾਬੀ ਕਾਨਫਰੰਸ, ਜਦੋਂ ਦੂਜੇ ਲੋਕ ਸੁਣਦੇ ਨੇ ਵਰਲਡ ਪੰਜਾਬੀ ਕਾਨਫਰੰਸ ਬਾਰੇ ਤਾਂ ਉਹਨਾਂ ਨੂੰ ਭਰਮ ਭੁਲੇਖੇ ਬਹੁਤ ਹੁੰਦੇ ਨੇ ਕਿ ਇਹ ਵਾਲੀ ਵਰਲਡ ਪੰਜਾਬੀ ਕਾਨਫਰੰਸ ਸਹੀ ਹੈ ਜਾਂ ਦੂਸਰੀ ਸਹੀ ਹੈ ਜਾਂ ਤੀਸਰੀ ਸਹੀ ਹੈ। ਕੀ ਕਹੋਗੇ ਇੱਥੇ? ਜਿਹੜੀਆਂ ਵਰਲਡ ਪੰਜਾਬੀ ਕਾਨਫਰੰਸ ਆ ਜੀ, ਇੱਕ ਤਾਂ ਇਹ ਮੇਰੀ ਇਹਦੇ ਤੇ ਬਹੁਤ ਕਲੀਅਰ ਸੋਚ ਹੈਗੀ ਆ ਵੀ ਜਿਹੜੀਆਂ ਵਰਲਡ ਪੰਜਾਬੀ ਕਾਨਫਰੰਸ ਜਿੰਨੀਆਂ ਵੀ ਹੁੰਦੀਆਂ, ਘੱਟੋ ਘੱਟ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ ਤੇ ਹਰੇਕ ਦਾ ਸਿੱਟਾ ਤਾਂ ਕੁਛ ਨਾ ਕੁਛ ਨਿਕਲਦਾ ਹੀ ਹੈ ਜੀ। ਕੁਛ ਬੰਦਿਆਂ ਤੱਕ ਭਲਾ ਸੀਮਤ ਰਹਿ ਜੇ, ਪਰ ਜਿੰਨੀਆਂ ਇਹ ਜ਼ਿਆਦੀਆਂ ਹੋਣਗੀਆਂ ਜੀ ਉਨਾ ਹੀ ਜ਼ਿਆਦਾ ਪੰਜਾਬੀਅਤ ਦਾ ਪ੍ਰਚਾਰ ਪ੍ਰਸਾਰ ਹੋਊਗਾ। ਅਸੀਂ ਜਗਤ ਪੰਜਾਬੀ ਸਭਾ ਹੋਣ ਦੇ ਆਉਣ ਤੋਂ ਮਗਰੋਂ ਇੱਕ ਸਾਡੀ ਜਿਹੜੀ ਅੰਟਾਰੀਓ ਫੈਨ ਕਲੱਬ ਬਣੀ ਆ ਸੰਸਥਾ ਜੀ, ਉਸ ਨੇ ਅਨਾਉਂਸ ਕੀਤਾ ਵੀ ਅਸੀਂ ਇੱਕ ਸ਼ਾਰਟ ਸਟੋਰੀ ਬੁੱਕ ਲਿਖਵਾ ਰਹੇ ਹਾਂ ਜੀ। ਸਾਰੇ ਰਾਈਟਰ ਸਾਹਿਬ ਦੀ ਛੋਟੀ ਤੋਂ ਛੋਟੀ ਕਹਾਣੀ ਸਾਨੂੰ ਭੇਜਣ ਜਿਹਦੇ ਨਾਲ ਸਮਾਜ ਨੂੰ ਸੇਧ ਮਿਲੇ। ਸੋ ਸਾਡਾ ਇਸ ਨੂੰ ਵੀ ਜਿਹੜੀ ਸਾਡੀ ਬੁੱਕ ਆ ਉਹਨੇ ਰਿਲੀਜ਼ ਹੋ ਜਾਣਾ ਹੈ ਜੀ, ਕਾਨਫਰੰਸ ਦੇ ਉੱਤੇ ਹੀ ਰਿਲੀਜ਼ ਕਰਾਂਗੇ ਜੀ ਉਹ ਬੁੱਕ ਨੂੰ, ਤੇ ਉਹਦੇ ਨਾਲ ਵੀ ਪ੍ਰਚਾਰ ਪ੍ਰਸਾਰ ਹੋਊਗਾ ਜੀ। ਔਰ ਦੂਜਾ ਇਹ ਆ ਵੀ ਜਿੰਨੀਆਂ ਵੀ ਪੰਜਾਬੀ ਕਾਨਫਰੰਸਾਂ ਹੁੰਦੀਆਂ, ਚਾਹੇ ਉਹ ਛੋਟੇ ਪੱਧਰ ਤੇ ਹੁੰਦੀ ਹੈ ਜਾਂ ਵੱਡੇ ਪੱਧਰ ਤੇ ਹੁੰਦੀ ਹੈ, ਤੇ ਉਹ ਚੰਗਾ ਹੀ ਆ ਜੀ। ਹੁਣ ਕਾਨਫਰੰਸ ਜੇ ਕੋਈ ਕੈਨੇਡਾ ਦੇ ਵਿੱਚ ਹੋਰ ਹੋ ਰਹੀਆਂ ਜਾਂ ਹੋਰ ਹੋਣਗੀਆਂ, ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਸਾਰਿਆਂ ਨੂੰ ਸਪੋਰਟ ਕਰੀਏ। ਅਸੀਂ ਸਾਰਿਆਂ ਦੀ ਜਿਹੜੀ ਹੈਗੀ ਆ ਉਹਦੇ ਜਿਹੜੇ ਕਮੇਟੀਆਂ ਉਹਨਾਂ ਨੂੰ ਸਹਿਯੋਗ ਕਰੀਏ, ਸਾਰਿਆਂ ਦਾ ਸਹਿਯੋਗ ਮੰਗੀਏ, ਸਾਰੇ ਰਾਈਟਰਸ ਆਉਣ, ਇਕੱਠੇ ਹੋਣ, ਜਿੰਨੇ ਵੀ ਪੰਜਾਬੀ ਸੌਹਾਰਦ ਪਰਸਨ ਹੈਗੇ ਆ ਉਹ ਕੋਈ ਨਾ ਕੋਈ ਅਸੀਂ ਆਪਦੀ ਪੰਜਾਬੀਅਤ ਵਾਸਤੇ ਚੰਗਾ ਕਰਕੇ ਤੇ ਉਹਦਾ ਚੰਗਾ ਰਿਜ਼ਲਟ ਲੋਕਾਂ ਨੂੰ ਦਈਏ, ਸਮਾਜ ਦੇ ਵਿੱਚ ਚੰਗਾ ਸੁਨੇਹਾ ਦਈਏ ਜੀ। ਠੀਕ ਹੈ ਢਿੱਲੋਂ ਸਾਹਿਬ, ਕੋਈ ਵਰਲਡ ਪੰਜਾਬੀ ਕਾਨਫਰੰਸ 2-2 ਸਾਲਾਂ ਬਾਅਦ ਕਰਾਉਂਦਾ ਹੈ, ਕੋਈ 3-3 ਸਾਲਾਂ ਬਾਅਦ ਕਰਾਉਂਦਾ ਹੈ। ਤੁਹਾਡੀ ਸੁਸਾਇਟੀ ਲਗਾਤਾਰ 5 ਹਰ ਸਾਲ ਕਰਵਾ ਰਹੀ ਹੈ, ਇਹ ਕਿਵੇਂ ਹੋ ਰਿਹਾ ਹੈ? ਲੋਕਾਂ ਦੀ ਮਿਹਨਤ ਹੈ ਜਾਂ ਕੁਝ ਹੋਰ? ਭੁਲਿੰਦਰ ਜੀ, ਜਦੋਂ ਆਪਾਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਗੱਲ ਕਰਦੇ ਹਾਂ, ਉਹਦਾ ਸ਼ਬਦ ਕੋਈ ਵੀ ਹੋ ਸਕਦਾ, ਵਿਸ਼ਵ ਹੋ ਸਕਦਾ ਹੈ, ਵਰਲਡ ਹੋ ਸਕਦਾ ਹੈ, ਗਲੋਬਲ ਹੋ ਸਕਦਾ ਹੈ, ਅੰਤਰਰਾਸ਼ਟਰੀ ਹੋ ਸਕਦਾ ਹੈ, ਜਗਤ ਹੋ ਸਕਦਾ ਹੈ, ਇਹ ਸਾਰਿਆਂ ਦਾ ਮੀਨਿੰਗ ਇੱਕੋ ਹੀ ਹੈ। ਪਰ ਜਿਹੜਾ ਇਹ ਸ਼ਬਦ ਹੈ ਨਾ ਗਲੋਬਲ ਵਰਲਡ, ਇਹਦੀ ਇੱਕ ਬਹੁਤ ਵੱਡੀ ਸਾਰਥਕਤਾ ਹੈ, ਇੱਕ ਬਹੁਤ ਵੱਡਾ ਸਤਿਕਾਰ ਹੈ। ਇਹ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਤਿਕਾਰਤ ਸ਼ਬਦ ਹੈ, ਕਿਉਂਕਿ ਜਦੋਂ ਇਹ ਸ਼ਬਦ ਦੀ ਵਰਤੋਂ ਹੁੰਦੀ ਹੈ ਤਾਂ ਸਾਰਾ ਪੰਜਾਬੀ ਭਾਈਚਾਰਾ ਤੁਹਾਡੇ ਕੰਨੀ ਦੇਖ ਰਿਹਾ ਹੁੰਦਾ ਜੀ। ਤੇ ਜਦੋਂ ਮੇਰਾ ਵਿਸ਼ਵ ਪੰਜਾਬੀ ਕਾਨਫਰੰਸਾਂ ਤੇ ਕਾਫੀ ਅਧਿਐਨ ਹੈ, ਮੈਂ ਬਿਲਕੁਲ ਮੰਨਣ ਨੂੰ ਤਿਆਰ ਹਾਂ ਕੋਈ 1, 2, 3 ਬਹੁਤ ਦੇਸ਼ਾਂ ਦੇ ਵਿੱਚ ਕਈ ਹੋ ਰਹੀਆਂ ਨੇ, ਹਰ ਕਾਨਫਰੰਸ ਦੀ, ਹਰ ਸੈਮੀਨਾਰ ਦੀ, ਹਰ ਛੋਟੇ ਤੋਂ ਛੋਟੇ ਸਮਾਗਮ ਦੀ। ਹੁਣ ਆਪਾਂ ਕਹਾਣੀਆਂ ਦੀਆਂ ਪੁਸਤਕਾਂ ਜਿੰਨੀਆਂ ਮਰਜ਼ੀ ਲਿਖੀ ਜਾਈਏ, ਜੇ ਕੁਲਵੰਤ ਸਿੰਘ ਵਿਰਕ ਦੀ ਇੱਕ ਕਹਾਣੀ ਸਾਰੀਆਂ ਗੱਲਾਂ ਸਾਫ਼ ਕਰ ਦਿੰਦੀ ਹੈ। ਦਲੀਪ ਕੌਰ ਟਿਵਾਣਾ ਦੀ ਬਹੁਤ ਸਾਰੀਆਂ ਕਹਾਣੀਆਂ ਨੇ ਕਿ ਉਹ ਕਹਾਣੀ ਦਾ ਇੱਕ ਐਂਡ ਹੈ। ਮੈਨੂੰ ਲੱਗਦਾ ਨਹੀਂ ਵੀ ਬੜੇ ਲੰਬੇ ਸਮੇਂ ਤੱਕ ਇਹਨਾਂ ਕਹਾਣੀਆਂ ਦਾ ਕੋਈ ਸਾਡੇ ਕੋਲੇ ਜਵਾਬ ਹੋਊਗਾ ਉਸ ਤਰ੍ਹਾਂ। ਵਿਸ਼ਵ ਪੰਜਾਬੀ ਕਾਨਫਰੰਸ ਉਹ ਹੀ ਸਹੀ ਮਾਇਨੇ ਦੇ ਵਿੱਚ ਕੋਈ ਵੀ ਕਰਵਾਉਂਦਾ ਹੈ, ਕੋਈ ਵੀ ਸਮਾਗਮ ਹੈ, ਕੋਈ ਵੀ ਕਾਨਫਰੰਸ ਹੈ, ਕੋਈ ਵੀ ਸੈਮੀਨਾਰ ਹੈ, ਉਹ ਉਦੋਂ ਤੱਕ ਸਫਲ ਨਹੀਂ ਹੈ ਜਦੋਂ ਤੱਕ ਉਸ ਦੇ ਹੋਣ ਤੋਂ ਬਾਅਦ ਇੱਕ ਗੱਲਾਂ ਕਰਕੇ ਕਾਨਫਰੰਸ ਕਰਕੇ ਖਤਮ ਕਰ ਦੇਣਾ ਆਪਦੇ ਆਪ ਦੇ ਵਿੱਚ ਉਹ ਕਾਨਫਰੰਸ ਨਹੀਂ ਹੈ। ਕਾਨਫਰੰਸ ਦੀ ਸਾਰਥਕਤਾ ਦਾ ਅਸਲ ਮਕਸਦ ਹੁੰਦਾ ਹੈ
ਕਿ ਤੁਸੀਂ ਕਾਨਫਰੰਸ ਕਰਾਈ, ਉਹਦੇ ਸਿੱਟੇ ਕੀ ਪ੍ਰਾਪਤ ਹੋਏ, ਭਵਿੱਖ ਦੇ ਵਿੱਚ ਉਸ ਕਾਨਫਰੰਸ ਦੀ ਪ੍ਰੋਸੀਡਿੰਗ ਕਿੱਥੇ ਛਪੀ ਹੈ, ਉਸ ਕਾਨਫਰੰਸ ਦੇ ਵਿੱਚ ਜਿਹੜੇ ਖੋਜ ਪੇਪਰ ਪੜ੍ਹੇ ਗਏ ਨੇ ਉਹ ਕਿੱਥੇ ਛਪੇ ਨੇ ਤੇ ਕਿਹੜੀਆਂ ਯੂਨੀਵਰਸਿਟੀਆਂ ਤੱਕ ਪਹੁੰਚੇ ਹੈ, ਕਿਹੜੇ ਲੋਕਾਂ ਦੇ ਹੱਥਾਂ 'ਚ ਪਹੁੰਚੇ ਹੈ, ਕਿਹੜੀ ਖੋਜ ਸੀਗੀ, ਕਿਹੜੀ PhD ਦੇ ਵਿੱਚ ਉਸ ਤੁਹਾਡੀ ਜੋ ਪ੍ਰੋਸੀਡਿੰਗ ਹੈ ਯੂਜ਼ ਹੋਈ ਹੈ। ਮੈਂ ਇੱਕ ਛੋਟੀ ਜਿਹੀ ਗੱਲ ਨਾਲ ਲੰਬਾ ਨਹੀਂ ਜਾਂਦਾ, ਗੱਲ ਸਮਾਪਤ ਕਰੂੰਗਾ। 1980 ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਹੁੰਦੀ ਹੈ ਇੰਗਲੈਂਡ ਦੇ ਵਿੱਚ। ਉਸ ਸਮੇਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸਰਕਾਰੀ ਆਪਦੇ ਵੱਲੋਂ ਸਰਕਾਰ ਨੁਮਾਇੰਦਾ ਭੇਜੇ। ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਤਾਂ ਨਹੀਂ ਜਾਂਦਾ, ਪਰ ਪੰਜਾਬ ਸਰਕਾਰ 1500 ਟੈਕਸਟ ਬੁੱਕ, ਖੋਜ ਪੱਤਰ ਤੇ ਸਰਚ ਬੁੱਕਸ ਹੈ ਜਿਹੜੀਆਂ ਉਹ ਇੰਗਲੈਂਡ ਦੇ ਵਿੱਚ ਭੇਜਦੀ ਹੈ ਪੰਜਾਬੀ ਦੀਆਂ। ਤੇ ਉਹ ਇੰਗਲੈਂਡ ਦੇ ਗੁਰਦੁਆਰਾ ਰਾਮਗੜੀਆ ਸਾਹਿਬ, ਮੈਨੂੰ ਉਸ ਦਾ ਨਾਮ ਨਹੀਂ ਇਸ ਵਕਤ ਮੇਰੇ ਧਿਆਨ ਦੇ ਵਿੱਚ ਹੈ, ਉੱਥੇ ਇੱਕ ਲਾਇਬ੍ਰੇਰੀ ਸਥਾਪਿਤ ਹੁੰਦੀ ਹੈ। ਅੱਜ 40 ਸਾਲਾਂ ਬਾਅਦ ਵੀ ਉਹ ਕਿਤਾਬਾਂ ਉੱਥੇ ਲਾਇਬ੍ਰੇਰੀ ਦੇ ਵਿੱਚ ਪੜ੍ਹੀਆਂ ਜਾ ਰਹੀਆਂ ਨੇ। ਇਹ ਕਾਨਫਰੰਸ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਇੱਕ ਕਾਨਫਰੰਸ ਦੀ ਪ੍ਰੋਸੀਡਿੰਗ ਛਪਦੀ ਹੈ, ਉਸ ਕਾਨਫਰੰਸ ਦੀ ਗੱਲ ਹੁੰਦੀ ਹੈ, ਉਸ ਕਾਨਫਰੰਸ ਦੇ ਵਿੱਚ ਮਤੇ ਪਾਸ ਕਰਕੇ ਸਰਕਾਰਾਂ ਤੱਕ ਜਾਂਦੇ ਨੇ, ਉਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਲੋਕਾਂ ਤੱਕ, ਵਿਦਿਅਕ ਸੰਸਥਾਵਾਂ ਤੱਕ ਪਹੁੰਚ ਹੁੰਦੀ ਹੈ। ਸਹੀ ਮਾਇਨਿਆਂ ਦੇ ਵਿੱਚ ਉਹ ਕਾਨਫਰੰਸ ਹੁੰਦੀ ਹੈ। ਉਹ ਕੋਈ ਵੀ ਸੰਸਥਾ, ਕੋਈ ਵੀ ਵਿਅਕਤੀ ਕਰੇ, ਮੇਰੇ ਖਿਆਲ ਦੇ ਵਿੱਚ ਇਹ ਕਾਨਫਰੰਸ ਦੀ ਸਾਰਥਕਤਾ, ਤੇ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਜਿੰਨੀ ਸਾਤੋਂ ਹੋ ਸਕੀ। ਹਰ ਕਾਨਫਰੰਸ ਦੀ ਪ੍ਰੋਸੀਡਿੰਗ, ਹਰ ਕਾਨਫਰੰਸ ਦੇ ਪੇਪਰ ਸਾਡੇ ਕੋਲ ਅੱਜ ਵੀ ਰਿਕਾਰਡ ਦੇ ਤੌਰ ਤੇ ਮੌਜੂਦ ਨੇ। ਠੀਕ ਹੈ, ਇਹ ਤਾਂ ਜੀ ਤੁਹਾਡੀ ਪੰਜਾਬੀ ਜਗਤ ਪੰਜਾਬੀ ਸਭਾ ਦੀ ਗੱਲ, ਵਰਲਡ ਪੰਜਾਬੀ ਕਾਨਫਰੰਸ ਦੀ ਗੱਲ। ਪਰ ਇੱਥੇ ਅੱਜ ਦੇ ਮੁੱਦਿਆਂ ਦੀ ਜੇਕਰ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਇਹ ਜਥੇਬੰਦੀ ਹੈ ਕੀ ਸੋਚ ਰੱਖਦੀ ਹੈ, ਇਹ ਵੀ ਮੈਂ ਤੁਹਾਡੇ ਤੋਂ ਇੱਕ ਕਰਕੇ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਅੱਜ ਦੇ ਸਮੇਂ ਵਿੱਚ ਇੱਕ ਭਖਦਾ ਮੁੱਦਾ ਜਿਹੜਾ ਹੈਗਾ ਪੂਰੇ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਭਾਰਤ ਵਿੱਚ ਉੱਠਦਾ ਵਿਖਾਈ ਦੇ ਰਿਹਾ ਹੈ। ਔਰ ਉਸ ਮੁੱਦੇ ਦੀ ਗੂੰਜ ਜਿਹੜੀ ਹੈ ਸਿਰਫ ਭਾਰਤ ਵਿੱਚ ਨਹੀਂ ਬਲਕਿ ਵਿਦੇਸ਼ਾਂ ਤੱਕ ਜਾ ਪਹੁੰਚੀ ਹੈ। ਉਹ ਮੁੱਦਾ ਹੈਗਾ ਕਿਸਾਨੀ ਦਾ ਮੁੱਦਾ। ਤੁਹਾਡੀ ਜਿਹੜੀ ਜਗਤ ਪੰਜਾਬੀ ਸਭਾ ਹੈਗੀ ਹੈ ਕੀ ਸੋਚ ਰੱਖਦੀ ਹੈ ਕਿਸਾਨੀ ਦੇ ਪ੍ਰਤੀ, ਜੋ ਕਿ ਜਿਹੜੇ ਬਿੱਲ ਪਾਸ ਕੀਤੇ ਗਏ ਨੇ, ਕੀ ਤੁਸੀਂ ਉਹਨਾਂ ਦੀ ਹਿਮਾਇਤ ਕਰਦੇ ਹੋ ਜਾਂ ਫਿਰ ਕਿਸਾਨਾਂ ਦੇ ਨਾਲ ਖੜੇ ਹੋ ਜੋ ਕਿਸਾਨ ਮੰਗ ਕਰਦੇ ਆ ਰਹੇ ਨੇ ਕਿ ਇਹਨਾਂ ਬਿੱਲਾਂ ਨੂੰ ਨਹੀਂ ਪਾਸ ਹੋਣਾ ਚਾਹੀਦਾ? ਤੁਹਾਡਾ ਕੀ ਰਵੱਈਆ, ਤੁਹਾਡੀ ਇਸ ਸੁਸਾਇਟੀ ਦਾ ਕੀ ਰਵੱਈਆ? ਚੱਠਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਇੱਕ ਇੱਕ ਕਰਕੇ। ਇਹਦੇ ਲਈ ਭਲਿੰਦਰ ਸਿੰਘ ਜੀ, ਪਹਿਲਾਂ ਵੀ ਅਸੀਂ ਫੇਸਬੁੱਕ ਤੇ ਵੀ ਵੈਸੇ ਵੀ ਅਸੀਂ ਪਾ ਚੁੱਕੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਹੈਗੇ ਆ। ਇਹ ਹਜੇ ਆਰਡੀਨੈਂਸ ਪਰਸਨਲੀ ਤੌਰ ਤੇ ਕਹਾਂ ਮੈਂ ਪੜਿਆ ਵੀ ਨਹੀਂਗਾ, ਪਰ ਜਿੰਨਾ ਜਿਹੜੇ ਹਿਸਾਬ ਨਾਲ ਗੱਲ ਪੈ ਰਿਹਾ ਹੈਗਾ ਵਾ, ਹਿੰਦੁਸਤਾਨ ਜੇ 70% 80% ਕਿਸਾਨੀ ਤੇ ਬੈਠਾ ਹੈਗਾ ਵਾ, ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਇਹ ਆਰਡੀਨੈਂਸ ਕੋਈ ਕਾਨੂੰਨ ਬਣਨੇ ਚਾਹੀਦੇ ਹੈਗੇ ਆ। ਸਾਡਾ ਕਿਸਾਨੀ ਬੇਸ ਹੈਗਾ, ਅਸੀਂ ਕਿਸਾਨਾਂ ਦੇ, ਪਹਿਲਾਂ ਤਾਂ ਆਪ ਕਿਸਾਨਾਂ ਦੇ ਪੁੱਤਰ ਹੈਗੇ ਆ, ਅਸੀਂ ਕਿਸਾਨਾਂ ਨਾਲ ਹੋਣਾ ਹੀ ਹੋਣਾ। ਪਰ ਜਿਹੜਾ ਦੇਸ਼ ਚੱਲਦਾ ਹੀ ਕਿਸਾਨੀ ਤੇ ਹੈਗਾ, ਉਹਨੂੰ ਕਿਸਾਨ ਦੇ ਘੱਟੋ ਘੱਟ ਜਿਹੜੀ ਗੱਲ ਕਰਕੇ ਜੇ ਕੱਲ ਨੂੰ ਕੀਮਤਾਂ ਡਿੱਗ ਜਾਣ, ਕਿਸਾਨ ਨੂੰ ਉਹਨੇ ਪੈਸੇ ਹੀ ਨਾ ਮਿਲ ਸਕਣ, ਗੱਲਾਂ ਤੇ ਕਰਦੇ ਵੀ ਤੁਸੀਂ ਉਹਨੂੰ ਬਹੁਤ ਜ਼ਿਆਦਾ ਮਹਿੰਗੇ ਭਾਅ ਉਹ ਵੇਚ ਸਕਣਗੇ, ਪਰ ਜੇ ਮਿਨੀਮਮ ਪ੍ਰਾਈਸ ਇਹ ਜੋ ਬਾਹਰ ਵੇਚ ਸਕਣ ਵੱਖਰੀ ਗੱਲ ਹੈਗਾ। ਸਰਕਾਰ ਨੂੰ ਚਾਹੀਦਾ ਮਿਨੀਮਮ ਪ੍ਰਾਈਸ ਜਿਹੜੀ ਰੱਖੇ, ਜੇ ਕੋਈ ਨਾ ਬਾਹਰ ਚੱਕੇ ਤਾਂ ਘੱਟੋ ਘੱਟ ਪ੍ਰਾਈਸ ਤੇ ਅਸੀਂ ਆਪ ਖਰੀਦਾਂਗੇ, ਉਦੋਂ ਵੱਧ ਕੀਮਤ ਤੇ ਕੋਈ ਮਰਜ਼ੀ ਖਰੀਦ ਲਵੇ ਤੇ ਜਿਹੜਾ ਮਰਜ਼ੀ ਵੇਚ ਲਵੇ। ਇਹ ਇੱਕ ਇਹਦੇ ਵਿੱਚ ਐਡ ਜਿਹੜੀ ਹੈਗੀ ਆ ਲਾਈਨ ਹੋਣੀ ਚਾਹੀਦੀ ਹੈ। ਇਹ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਰეკਮੈਂਡ ਕਰਦਾ ਹੈਗਾ ਵਾ। ਮਿਨੀਮਮ ਪ੍ਰਾਈਸ ਤੇ ਗਵਰਨਮੈਂਟ ਨੂੰ ਖਰੀਦਣੀ ਚਾਹੀਦੀ ਹੈਗੀ ਆ, ਉਸ ਤੋਂ ਉੱਪਰ ਜਿੰਨਾ ਮਰਜ਼ੀ ਵੇਚ ਲਵੇ ਤੇ ਕੋਈ ਖਰੀਦ ਲਵੇ। ਬਹੁਤ ਖੂਬ ਚੱਠਾ ਸਾਹਿਬ। ਕਾਂਗ ਸਾਹਿਬ, ਇਹ ਸਵਾਲ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਉਸ ਤੋਂ ਬਾਅਦ ਢਿੱਲੋਂ ਸਾਹਿਬ ਮੈਂ ਤੁਹਾਡੇ ਕੋਲ ਆਵਾਂਗਾ। ਕਾਂਗ ਸਾਹਿਬ। ਮੈਂ ਜੀ, ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਹਾਂ ਜੀ। ਗਵਰਨਮੈਂਟ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਇਹ ਸਾਰੇ ਪਾਰਟੀਆਂ ਨਾਲ, ਇਵਨ ਕਿ ਜ਼ਿਮੀਂਦਾਰਾਂ ਦੇ ਜਿਹੜੇ ਮੇਨ ਨੁਮਾਇੰਦੇ ਆ, ਸਾਰਿਆਂ ਦੇ ਨਾਲ ਡਿਸਕਸ ਕਰਨਾ ਚਾਹੀਦਾ ਸੀ। ਇਹ ਜਿਹੜੇ ਕਾਨੂੰਨ ਬਣਾਏ ਆ ਬਿਲਕੁਲ ਹੀ ਇਹ ਜ਼ਿਮੀਂਦਾਰਾਂ ਦੇ ਖਿਲਾਫ ਆ। ਅਸੀਂ ਉਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ। ਦੂਜੀ ਗੱਲ ਇਹ ਆ ਵੀ ਜੇ ਮਿਨੀਮਮ ਸਪੋਰਟ ਪ੍ਰਾਈਸ, ਜੇ ਇਹਨਾਂ ਨੇ 3 ਕਾਨੂੰਨ ਬਣਾਏ ਆ, ਚੌਥਾ ਕਾਨੂੰਨ ਨਾਲੇ ਕਿਉਂ ਨਹੀਂ ਬਣਾਉਂਦੇ ਵੀ ਅਸੀਂ ਜੇ ਸਪੋਰਟ ਪ੍ਰਾਈਸ ਆ ਜਿਹੜਾ ਉਹ ਉਸ ਤੋਂ ਘੱਟ ਖਰੀਦਿਆ ਜਾਊਗਾ ਤਾਂ ਉਸ ਵਪਾਰੀ ਨੂੰ ਸਜ਼ਾ ਹੋਊਗੀ। ਕਿਉਂਕਿ ਗਵਰਨਮੈਂਟ ਸ਼ੁਰੂ ਦੇ ਵਿੱਚ ਤਾਂ ਹੋ ਸਕਦਾ ਇਹ ਬਹੁਤ ਵਧੀਆ ਖਰੀਦ ਕਰਨ, ਪੈਸੇ ਦੇਣ, ਪਰ ਇਹਨਾਂ ਨੇ ਬਾਅਦ ਦੇ ਵਿੱਚ ਆਪਾਂ ਨੂੰ ਦਿਸੀ ਜਾਂਦਾ ਹੈ ਜੀ ਜ਼ਿਮੀਂਦਾਰਾਂ ਦੇ ਇਸ ਵਾਸਤੇ ਅਪੀਲ ਕੋਈ ਨਹੀਂ ਕਰ ਸਕਦਾ ਜੇ ਕੋਈ ਉਹਦੇ ਪੈਸੇ ਨਹੀਂ ਦਿੰਦਾ। ਇਹ ਸਾਰਾ ਜ਼ਿਮੀਂਦਾਰਾਂ ਦੇ ਖਿਲਾਫ ਹੈ ਜੀ, ਤਿੰਨੇ ਦੇ ਤਿੰਨੇ ਕਾਨੂੰਨ ਹੀ ਜ਼ਿਮੀਂਦਾਰਾਂ ਦੇ ਖਿਲਾਫ ਹੈ ਜੀ। ਅਸੀਂ ਉਸ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ। ਅਸੀਂ ਕਿਸਾਨਾਂ ਦੇ ਨਾਲ ਆ। ਸਾਡੀ ਸੋਚ ਇਹ ਆ ਵੀ ਇਹਦੇ ਵਾਸਤੇ ਇੱਕ ਇਹਨਾਂ ਨੂੰ ਕਮੇਟੀ ਬਣਾ ਲੈਣੀ ਚਾਹੀਦੀ ਆ, ਇਹਨੂੰ ਡਿਸਕਸ਼ਨ ਕਰਨੀ ਚਾਹੀਦੀ ਸੀ। ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਡਿਸਕਸ਼ਨ ਨਹੀਂ ਕੀਤੀ, ਸਿੱਧਾ ਕਾਨੂੰਨ ਬਣਾ ਕੇ ਤੇ ਮੂਹਰੇ ਕਰਤਾ ਜੀ, ਜੋ ਕਿ ਬਹੁਤ ਹੀ ਗਲਤ ਆ। ਅਸੀਂ ਕਿਸਾਨਾਂ ਦੇ ਨਾਲ ਆ ਜੀ ਇਸ ਮੁੱਦੇ ਤੇ 100%। ਠੀਕ ਹੈ ਢਿੱਲੋਂ ਸਾਹਿਬ, ਇੱਥੇ ਇੱਕ ਸਵਾਲ ਮੈਂ ਤੁਹਾਡੇ ਤੋਂ ਕਰਾਂਗਾ।
ਇਹ ਮੇਰਾ ਆਖਰੀ ਸਵਾਲ ਵੀ ਰਹੇਗਾ, ਕਿਉਂਕਿ ਜਦੋਂ ਅਸੀਂ ਕਿਸਾਨਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਕਈ ਕਿਸਾਨ ਅਜਿਹੇ ਹੁੰਦੇ ਨੇ ਜੋ ਕਿ ਲਿਖਣਾ ਪੜ੍ਹਨਾ ਚੰਗੀ ਤਰ੍ਹਾਂ ਨਹੀਂ ਜਾਣਦੇ। ਅਸੀਂ ਜੇਕਰ ਅਸੀਂ ਇਹਨਾਂ 3 ਬਿੱਲਾਂ ਦੀ ਗੱਲ ਕਰਦੇ ਹਾਂ, ਇਸ ਬਿੱਲ ਵਿੱਚ ਕੀ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਗਈਆਂ ਨੇ, ਜਿਹੜੇ ਛੋਟੇ ਵਰਗ ਦੇ ਕਿਸਾਨ ਨੇ ਉਹ ਵੱਡਿਆਂ ਤੋਂ ਪੁੱਛਦੇ ਨੇ ਤੇ ਉਹਨਾਂ ਵੱਲੋਂ ਜੋ ਦੱਸ ਦਿੱਤਾ ਜਾਂਦਾ ਉਸ ਦੇ ਆਧਾਰ ਤੇ ਹੀ ਕਿਸਾਨ ਆਪਣਾ ਇੱਕ ਫੈਸਲਾ ਕਰ ਲੈਂਦਾ, ਮੈਂ ਇਸ ਦੇ ਖਿਲਾਫ ਆ ਜਾਂ ਮੈਂ ਇਸ ਦੇ ਹੱਕ ਵਿੱਚ ਆ। ਤੁਹਾਨੂੰ ਲੱਗਦਾ ਹੈ ਕਿ ਵੱਡੀ ਗਿਣਤੀ ਉਹਨਾਂ ਕਿਸਾਨਾਂ ਦੀ ਕਿਹੜੀ ਹੈਗੀ ਹੈ ਜੋ ਇਹਨਾਂ ਬਿੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ? ਕਿਸਾਨੀ ਨਾਲ ਸੰਬੰਧਿਤ ਇਸ ਬਿੱਲ ਦੀ ਤੇ ਅੱਜ ਤੋਂ ਪਹਿਲੇ ਸੰਕਟ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ 10 ਸਾਲਾਂ ਦੇ ਵਿੱਚ 17,000 ਖੁਦਕੁਸ਼ੀ ਹੁੰਦੀ ਹੈ। ਬਹੁਤ ਵੱਡਾ ਇੱਕ ਮੁੱਦਾ ਸੀਗਾ, ਬਹੁਤ ਸਮੇਂ ਤੇ ਗੱਲ ਵੀ ਹੁੰਦੀ ਰਹੀ ਹੈ। ਸਿੱਖਿਅਤ ਲੌਬੀ ਅੱਜ ਵੀ ਬਹੁਤ ਘੱਟ ਹੈ, ਜੇ ਹੈ ਤਾਂ ਉਹ ਖੇਤੀ ਨਾਲ ਸੰਬੰਧਿਤ ਨਹੀਂ ਰਹੀ। ਤੁਸੀਂ ਪੰਜਾਬ ਦੇ ਵਿੱਚ ਦੇਖਦੇ ਹੀ ਹੋ, ਨੋ ਡਾਊਟ ਜਦੋਂ ਕੋਈ ਫੈਸਲਾ ਕੀਤਾ ਜਾਂਦਾ ਜਿਸ ਬੰਦੇ ਨਾਲ ਸੰਬੰਧਿਤ ਹੁੰਦਾ ਉਹਦੀ ਮੈਜੋਰਟੀ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਹੈ ਜੀ। ਔਰ ਸਾਡੀ 86% ਐਗਰੀਕਲਚਰ ਬੇਸਡ ਸਟੇਟ ਹੈ, 86% ਅਸੀਂ ਐਗਰੀਕਲਚਰ ਬੇਸਡ ਸਟੇਟ ਹੈ। ਜੇ ਹਿੰਦੁਸਤਾਨ ਦੀ ਦੇਖੀਏ ਤਾਂ ਲਗਭਗ 68 ਤੋਂ 70% ਐਗਰੀਕਲਚਰ ਦੇ ਬੇਸ ਦੇ ਉੱਤੇ ਸਾਡਾ ਦੇਸ਼ ਸਰਵਾਈਵ ਕਰ ਰਿਹਾ ਹੈ। ਜਦੋਂ ਉਹਨਾਂ ਨਾਲ ਸੰਬੰਧਿਤ ਮੁੱਦਾ ਸਭ ਤੋਂ ਪਹਿਲਾਂ ਉਹਨਾਂ ਦੀ ਰਾਏ ਲਈ ਜਾਣੀ ਜ਼ਰੂਰੀ ਹੈ, ਜਿਸ ਨੂੰ ਉਹ ਜੋ ਉਹਨਾਂ ਦੇ ਲਈ ਘਾਟੇ ਦਾ ਸੌਦਾ ਹੈ, ਜੋ ਉਹਨਾਂ ਦਾ ਭਵਿੱਖ ਹਨੇਰਾ ਕਰ ਰਿਹਾ ਹੈ, ਤਾਂ ਨਿਰਸੰਦੇਹ ਜ਼ਰੂਰੀ ਹੈ ਕਿ ਉਸ ਦੇ ਉੱਤੇ VOTING ਵੀ ਹੋਵੇ, ਬਹਿਸ ਵੀ ਹੋਵੇ, ਡਿਸਕਸ ਵੀ ਹੋਵੇ ਤੇ ਉਹਨਾਂ ਦੇ ਪੱਖ ਜਾਣੇ ਬਿਨਾਂ ਇਹ ਪਾਸ ਨਹੀਂ ਹੋਣੇ ਚਾਹੀਦੇ। ਤੇ ਸਾਰੇ ਦੇਸ਼ ਨੇ ਜਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਖੜ ਕੇ ਇੱਕ ਸਬੂਤ ਦਿੱਤਾ ਹੈ, ਉਹ ਸਾਡੇ ਵਾਸਤੇ, ਸਾਡੇ ਦੇਸ਼ ਵਾਸਤੇ, ਸਾਡੀ ਕਿਸਾਨੀ ਵਾਸਤੇ ਇੱਕ ਬਹੁਤ ਸਾਰਥਕ ਕਦਮ ਸੀਗਾ, ਜਿਸ ਦੇ ਨਾਲ ਇਹ ਤੈਅ ਹੋ ਗਿਆ ਵੀ ਘੱਟੋ ਘੱਟ ਅੰਨਦਾਤਾ ਦੇ ਨਾਲ ਦੇਸ਼ ਖੜਾ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਵੀ जी जी, बहुत बहुत शुक्रिया ढिल्लों साहब, बहुत बहुत शुक्रिया कांग साहब, बहुत बहुत शुक्रिया चट्टा साहब, क्योंकि जगत पंजाबी सभा ਦਾ ਕੀ ਰਵੱਈਆ ਹੈਗਾ, ਕੀ ਸੋਚ ਹੈਗੀ ਹੈ, ਇਹ ਜਾਣਨੀ ਅੱਜ ਦੇ ਸਮੇਂ ਵਿੱਚ ਬੜੀ ਜ਼ਰੂਰੀ ਸੀ। ਕਿਉਂਕਿ ਵੱਖ-ਵੱਖ ਸਮੇਂ ਤੇ ਸੈਮੀਨਾਰ ਗੋਸ਼ਟੀਆਂ ਜ਼ਰੂਰ ਹੁੰਦੀਆਂ ਨੇ, ਪਰ ਉਹਨਾਂ ਵਿੱਚੋਂ ਨਿਕਲਦਾ ਜਿਹੜਾ ਸਿੱਟਾ ਨਿਕਲਦਾ ਬਹੁਤ ਘੱਟ ਹੀ ਲੋਕਾਂ ਦੇ ਕੋਲ ਪਹੁੰਚ ਪਾਉਂਦਾ। ਔਰ ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਜਗਤ ਪੰਜਾਬੀ ਸਭਾ ਜਦੋਂ ਵੀ ਇਸ ਤਰ੍ਹਾਂ ਦੀ ਵਿਚਾਰ ਗੋਸ਼ਟੀਆਂ ਕਰਵਾਉਂਦੀ ਹੈ, ਸਮਾਗਮ ਕਰਵਾਉਂਦੀ ਹੈ, ਸੈਮੀਨਾਰ ਕਰਵਾਉਂਦੀ ਹੈ, ਤਾਂ ਉਹਦੇ ਚੰਗੇ ਸਿੱਟੇ ਨਿਕਲਣ ਅਤੇ ਨਾ ਸਿਰਫ ਵੱਡਿਆਂ ਵੱਲ ਬਲਕਿ ਯੂਥ ਵੱਲ ਵੀ ਤੁਸੀਂ ਉਹਨਾਂ ਨੂੰ ਆਕਰਸ਼ਿਤ ਕਰੋ, ਪੰਜਾਬੀ ਭਾਸ਼ਾ ਵੱਲ ਆਕਰਸ਼ਿਤ ਕਰੋ, ਪੰਜਾਬੀ ਸੱਭਿਆਚਾਰ ਵੱਲ ਆਕਰਸ਼ਿਤ ਕਰੋ। ਅਤੇ ਅਸੀਂ ਨਾਲ ਦੇ ਨਾਲ ਇਹ ਵੀ ਕਹਾਂਗੇ ਕਿ 101 ਨਹੀਂ ਬਲਕਿ ਹਜ਼ਾਰਾਂ ਲੋਕ ਅਜਿਹੇ ਨੇ ਜੋ ਕਿ ਸਨਮਾਨਿਤ ਹੋਣੇ ਚਾਹੀਦੇ ਨੇ, ਔਰ ਅੱਜ ਕੱਲ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ, ਵਿਸਰਾਇਆ ਜਾ ਰਿਹਾ। ਉਹਨਾਂ ਨੂੰ ਵਿਸਰਾਉਣਾ ਨਹੀਂ ਚਾਹੀਦਾ, ਬਲਕਿ ਉਹਨਾਂ ਦਾ ਸਨਮਾਨ ਜ਼ਰੂਰ ਕਰਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਅਜਾਇਬ ਸਿੰਘ ਚੱਠਾ ਸਾਹਿਬ, ਰਵਿੰਦਰ ਸਿੰਘ ਕੰਗ ਸਾਹਿਬ ਅਤੇ ਅਰਵਿੰਦਰ ਸਿੰਘ ਢਿੱਲੋਂ ਸਾਹਿਬ ਪ੍ਰੋਗਰਾਮ ਨਜ਼ਰੀਆ ਦਾ ਹਿੱਸਾ ਬਣਨ ਦੇ ਲਈ। ਤੇ ਜੇਕਰ ਮੇਰੇ ਦਰਸ਼ਕ ਮੈਨੂੰ ਮਿਲਣਾ ਚਾਹੁੰਦੇ ਨੇ ਔਰ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਆਪਣੇ ਸੁਝਾਅ ਦੇਣਾ ਚਾਹੁੰਦੇ ਨੇ, ਤਾਂ ਸਾਡਾ ਈਮੇਲ ਐਡਰੈਸ ਤੁਸੀਂ ਸਾਡਾ ਨੋਟ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ info@cktimetv.com। ਤੁਸੀਂ ਮੈਨੂੰ WhatsApp ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @bhalinder official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ। ਧੰਨਵਾਦ।